क्यों ਤੁਸੀਂ ਚੂਜ਼ ਕੀਤਾ ਇਹ ਪ੍ਰੋਫੈਸ਼ਨ ਕਿ ਤੁਸੀਂ ਡਾਕਟਰ ਬਣਨਾ ਹੈ ਲੇਕਿਨ ਜਾਨਵਰ ਦਾ ਡਾਕਟਰ ਬਣਨਾ ਹੈ? ਜੇ ਮੈਂ ਕਹਾਂ ਵੀ ਮੇਰੀ ਇਹ ਪਹਿਲੀ ਚੋਇਸ ਸੀ ਕਿ ਮੈਂ ਝੂਠ ਬੋਲ ਰਿਹਾ ਹਾਂ। ਵੈਟਰਨਰੀਅਨਸ ਦੇ ਕੋਈ ਉਸ ਵੇਲੇ ਇੰਨੀ ਬਹੁਤੀ ਪੁੱਛ-ਗਿੱਛ ਹੁੰਦੀ ਨਹੀਂ ਸੀ, ਇਸ ਕਰਕੇ ਇਹਨਾਂ ਦੀ ਸੇਵਾ ਵੀ ਕਰ ਰਹੇ ਹਾਂ ਤੇ ਮੇਰੀ ਰੋਜ਼ੀ ਰੋਟੀ ਦਾ ਵੀ ਇੱਕ ਸਾਧਨ ਹੈ। ਡਾਲਰਾਂ ਦੀ ਚਮਕ ਖਿੱਚ ਲਾਈ ਡਾਕਟਰ ਪ੍ਰਦੀਪ ਸਿੰਘ ਗਿੱਲ ਨੂੰ ਅਮਰੀਕਾ ਵਿੱਚ। ਇਨਫਰਾਸਟ੍ਰਕਚਰ ਜਾਂ ਐਸਟੈਬਲਿਸ਼ਮੈਂਟ ਜਿਹੜੀ ਹੈ ਨਾ ਗਵਰਨਮੈਂਟ ਦੀ ਜੋ ਸੀ ਕਿ ਉਹ ਕੋਈ ਬਹੁਤੀ ਇੰਨੀ ਲਾਹੇਵੰਦ ਜਾਂ ਇੰਨੀ ਪ੍ਰੋਡਕਟਿਵ ਨਹੀਂ ਸੀ। ਕਦਮ ਦਰ ਕਦਮ ਅੱਗੇ ਜਦੋਂ ਵਧੇ ਤਾਂ ਕੀ ਸਭ ਕੁਝ ਆਸਾਨ ਸੀ? 9/11 ਤੋਂ ਜਿਹੜੀ ਪ੍ਰੋਬਲਮਸ ਖੜੀਆਂ ਹੋ ਗਈਆਂ ਸੀ ਆਪਣੀ ਦਸਤਾਰ ਦੇ ਨਾਲ। ਮੈਂ ਸ਼ੁਰੂ ਤੋਂ ਦਸਤਾਰ ਰੱਖੀ ਹੈ, ਇਸ ਤਰ੍ਹਾਂ ਮੇਰੇ ਦੇਖ ਵਾਲੇ ਲੋਕ ਉਹਨਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਸੀਗੇ। ਸੋ ਮੈਂ ਕਿਹਨਾਂ ਨਾਲ ਲੰਚ ਕੀਤੇ ਪਰ ਕਿਸੇ ਨੇ ਮੈਨੂੰ ਜਵਾਬ ਨਹੀਂ ਦਿੱਤੀ। ਇੱਕ ਖਾਸ ਬੈਚ ਕਿਉਂ ਲਗਾਇਆ ਗਿਆ ਹੈ, ਇਸ ਦੀ ਮਹੱਤਤਾ ਕੀ ਹੈ? ਇਲੀਨੋਇਸ ਦੇ ਵਿੱਚ ਹਰੇਕ ਸਾਲ April ਐਜ਼ ਅ ਸਿੱਖ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ ਦੇ ਵਜੋਂ ਜਾਣਿਆ ਜਾਂਦਾ। ਫਿਊਚਰ ਵਿੱਚ ਤੁਹਾਨੂੰ ਲੱਗਦਾ ਕਿ ਕੋਸ਼ਿਸ਼ ਐਸੀ ਹੋਣਗੀਆਂ ਕਿ ਪੰਜਾਬੀ ਦਾ ਵੀ ਸਾਇੰਸ ਸ਼ਾਮਿਲ ਹੋਵੇ? ਇਹ ਗਵਰਨਮੈਂਟਸ ਇੱਥੇ ਬੜੀਆਂ ਐਕਸੈਪਟਿੰਗ ਨੇ, ਸੋ ਇਹਨਾਂ ਚੀਜ਼ਾਂ ਦੇ ਵਿੱਚ ਜੇ ਨਹੀਂ ਉਦਮ ਹੋਇਆ ਤਾਂ ਉਦਮ ਕਰ ਲੈਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲਿੰਦਰ ਸਿੰਘ ਵਰਮਾਨੀ ਔਰ ਪ੍ਰੋਗਰਾਮ ਸਿੱਖ ਹਾਈ ਫਲਾਇਰ ਦੇ ਵਿੱਚ ਇੱਕ ਵਾਰ ਫਿਰ ਆਪ ਸਭ ਦਾ ਸਵਾਗਤ ਹੈ। ਜਿਸ ਤਰ੍ਹਾਂ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਇੱਕ ਅਜਿਹੇ ਸਿੱਖ ਸ਼ਖਸ ਨੂੰ ਤੁਹਾਡੇ ਰੂਬਰੂ ਕੀਤਾ ਜਾਏ ਜੋ ਨਾ ਸਿਰਫ ਆਪਣਾ ਬਲਕਿ ਸਿੱਖ ਧਰਮ ਨੂੰ ਲਗਾਤਾਰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਰਹੇ ਨੇ। ਸੋ ਅੱਜ ਮੈਂ ਪਹੁੰਚਿਆ ਹੋਇਆ ਬੜੇ ਹੀ ਸੋਹਣੇ ਸ਼ਹਿਰ ਵਿੱਚ, ਸ਼ਿਕਾਗੋ ਵਿੱਚ, ਔਰ ਅੱਜ ਅਸੀਂ ਮਿਲ ਕੇ ਕਹਾਂਗੇ ਸਿੱਖ ਹਾਈ ਫਲਾਇਰ ਸਰਦਾਰ ਡਾਕਟਰ ਪ੍ਰਦੀਪ ਸਿੰਘ ਗਿੱਲ ਸਾਹਿਬ ਨੂੰ। ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ ਔਰ ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਧੰਨਵਾਦ ਭਲਿੰਦਰ ਜੀ, ਤੁਸੀਂ IIT ਦੂਰੋਂ ਤਕੱਲੁਫ ਕੀਤਾ ਸਾਡੇ ਕੋਲ ਪਹੁੰਚੇ, ਧੰਨਵਾਦ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ। ਅੱਜ ਸਾਡੇ ਨਾਲ ਗਿੱਲ ਸਾਹਿਬ ਕਿਉਂ ਨਹੀਂ, ਕਿਉਂਕਿ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਡਾਕਟਰ ਨੇ, ਵੈਟਰਨਰੀਅਨ ਨੇ ਔਰ ਨਾਲ ਹੀ ਨਾਲ ਲਗਾਤਾਰ ਸੋਸ਼ਲ ਵਰਕਰ ਵੀ ਨੇ। ਬਹੁਤ ਇਹਨਾਂ ਦੀਆਂ ਜਿਹੜੀਆਂ ਕੰਮ ਨੇ ਜ਼ਰੂਰ ਤੁਹਾਨੂੰ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਦੱਸਦੇ ਰਹਾਂਗੇ, ਕਿਉਂਕਿ ਲਗਾਤਾਰ ਸਿੱਖ ਧਰਮ ਨੂੰ ਅੱਗੇ ਕਿਵੇਂ ਪਹੁੰਚਾ ਰਹੇ ਨੇ। ਸਰੂਪ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਡਾਕਟਰ ਦੇ ਰੂਪ ਵਿੱਚ ਆਪਣੇ ਮਰੀਜ਼ਾਂ ਨੂੰ ਇੱਕ ਸੁਨੇਹਾ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ ਨੇ ਹਰ ਰੋਜ਼ ਕਿ ਸਿੱਖ ਕੌਣ ਨੇ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜ਼ਰੂਰ ਤੁਹਾਡੇ ਇਤਿਹਾਸ ਬਾਰੇ, ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹਾਂਗੇ। ਅੱਜ ਅਸੀਂ ਸ਼ਿਕਾਗੋ ਵਿੱਚ ਬੈਠੇ ਹਾਂ, ਅਮਰੀਕਾ ਦੀ ਧਰਤੀ 'ਤੇ ਬੈਠੇ ਹਾਂ। ਕੀ ਭਾਰਤ ਤੋਂ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ? ਭਲਿੰਦਰ ਜੀ, ਮੈਂ ਇਸ ਮੁਲਕ ਦੇ ਵਿੱਚ 1989 ਦੇ ਵਿੱਚ ਆਇਆ ਸੀਗਾ। ਸੋ ਤਕਰੀਬਨ 33 ਸਾਲ ਹੋ ਗਏ ਆ ਇਸ ਮੁਲਕ ਨੂੰ ਆਪਣਾ ਮੁਲਕ ਕਹਿੰਦੇ ਹੋਏ ਜੀ। ਪਿਛੋਕੜ ਮੇਰਾ ਹੈਗਾ ਜੀ, ਸਾਡਾ ਪਿੰਡ ਇਸ ਵੇਲੇ ਜ਼ਿਲ੍ਹਾ ਬਰਨਾਲਾ, ਬਰਨਾਲਾ ਡਿਸਟ੍ਰਿਕਟ ਦੇ ਵਿੱਚ ਹੈਗਾ। ਪਿੰਡ ਹੈਗਾ ਸਾਡਾ ਗਾਗੇਵਾਲ ਜੀ। ਪਰ ਅਸੀਂ ਕਾਫੀ ਦੇਰ ਤੋਂ ਲੁਧਿਆਣੇ ਦੇ ਵਿੱਚ ਅਸੀਂ ਸੈਟਲ ਹੋਏ ਹਾਂ ਤੇ ਲੁਧਿਆਣੇ ਦੇ ਵਿੱਚ ਹੀ ਮੈਂ ਆਪਣੀ ਤਾਲੀਮ ਲਈ ਸੀਗੀ, ਜਿਹੜੀ ਕਿ ਮੈਂ ਬੈਚਲਰ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਦਾ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਸ ਵੇਲੇ ਸੀ ਕਿ ਮੈਂ 78 ਦੇ ਵਿੱਚ ਉੱਥੇ ਮੈਂ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਸੀ ਤੇ 83 ਦੇ ਵਿੱਚ ਮੈਂ ਆਪਣੀ ਜਿਹੜੀ ਸੀ ਨਾ BBSc ਖਤਮ ਕੀਤੀ ਸੀ ਜੀ। ਤੇ ਉਸ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲਿਆ ਸੀ, ਮੈਂ ਕੋਈ ਤਕਰੀਬਨ ਪੌਣੇ 2 ਸਾਲ ਮੈਂ ਪੰਜਾਬ ਸਰਕਾਰ ਦੀ ਨੌਕਰੀ ਕੀਤੀ ਤੇ ਫਿਰ ਮੈਂ ਵਾਪਸ ਯੂਨੀਵਰਸਿਟੀ ਦੇ ਵਿੱਚ ਆ ਕੇ ਮੈਂ ਹਾਇਰ ਸਟੱਡੀਜ਼ ਕੀਤੀਆਂ। ਮਾਸਟਰਸ ਇਨ ਵੈਟਰਨਰੀ ਸਰਜਰੀ ਦੇ ਵਿੱਚ ਮੈਂ ਆਪਣੀ ਡਿਗਰੀ ਲਈ ਸੀਗੀ ਤੇ ਉਹ ਮੈਂ 89 ਦੇ ਵਿੱਚ ਖਤਮ ਕਰਕੇ ਫਿਰ ਮੈਂ US ਦੇ ਵਿੱਚ ਆ ਗਿਆ ਸੀ। ਕਿਉਂ ਤੁਸੀਂ ਚੂਜ਼ ਕੀਤਾ ਇਹ ਪ੍ਰੋਫੈਸ਼ਨ ਕਿ ਤੁਸੀਂ ਡਾਕਟਰ ਬਣਨਾ ਹੈ ਲੇਕਿਨ ਜਾਨਵਰ ਦਾ ਡਾਕਟਰ ਬਣਨਾ ਹੈ? ਜਾਨਵਰਾਂ ਨਾਲ ਬੇਹੱਦ ਪਿਆਰ ਸੀ ਸ਼ੁਰੂ ਤੋਂ ਹੀ? ਇਹ ਦੇਖੋ ਜੀ, ਜਿਹੜਾ ਕਿਉਂਕਿ ਅਸੀਂ ਪਿੱਛੇ ਫਾਰਮਰ ਫੈਮਿਲੀ ਤੋਂ ਬਿਲੋਂਗ ਕਰਦੇ ਹੈਗੇ ਆ, ਪਿੰਡਾਂ ਤੋਂ ਹੈਗੇ ਆ ਤੇ ਪਿੰਡਾਂ 'ਚ ਸਾਡਾ ਸ਼ੁਰੂ ਤੋਂ ਹੀ ਨਾਤਾ ਤਕਰੀਬਨ ਜਿਹੜੇ ਸਾਡੇ ਜਾਨਵਰ ਹੁੰਦੇ ਉਹਨਾਂ ਨਾਲ ਹੁੰਦਾ ਰਿਹਾ। ਤੇ ਇਹ ਇੱਕ ਜੇ ਮੈਂ ਕਹਾਂ ਵੀ ਮੇਰੀ ਇਹ ਪਹਿਲੀ ਚੋਇਸ ਸੀ ਕਿ ਮੈਂ ਝੂਠ ਬੋਲ ਰਿਹਾ ਹੋਊਗਾ, ਕਿਉਂਕਿ ਉੱਥੇ ਇੱਕ ਤਰੀਕਾ ਜਿਵੇਂ ਕਲਚਰਲੀ ਆਪਾਂ ਦੇਖਦੇ ਹਾਂ ਵੀ ਜਿਹੜੇ ਡਾਕਟਰ ਹੈਗੇ ਆ, ਜਿਹੜੇ ਫਿਜ਼ੀਸ਼ੀਅਨਸ ਹੁੰਦੇ ਆ, ਉਹਨਾਂ ਨੂੰ ਸਭ ਤੋਂ ਉੱਪਰਲਾ ਦਰਜਾ ਮੰਨਿਆ ਜਾਂਦਾ ਹੈਗਾ ਜੀ ਜੀ। ਤੇ ਇੰਜੀਨੀਅਰਸ ਨੂੰ, ਲਾਇਰਸ ਨੂੰ, ਤੇ ਵੈਟਰਨਰੀਅਨਸ ਦੇ ਕੋਈ ਉਸ ਵੇਲੇ ਇੰਨੀ ਬਹੁਤੀ ਪੁੱਛ-ਗਿੱਛ ਹੁੰਦੀ ਨਹੀਂ ਸੀ, ਇਸ ਕਰਕੇ ਉਸ ਮੇਰੇ ਕੋਈ ਉਸ ਪਲਾਨ ਦੇ ਵਿੱਚ ਨਹੀਂ ਸੀ। ਪਰ ਪ੍ਰਮਾਤਮਾ ਨੇ ਬੜੀ ਮਿਹਰ ਕੀਤੀ ਕਿ ਮੈਨੂੰ ਇਸ ਲਾਈਨ ਦੇ ਵਿੱਚ ਦਿੱਤਾ, ਮੌਕਾ ਦਿੱਤਾ ਤੇ ਮੈਂ ਬੜੀ ਜ਼ਿੰਦਗੀ ਆਪਦੀ ਬੜੀ ਸੋਹਣੇ ਤਰੀਕੇ ਨਾਲ ਜਿਉ ਰਿਹਾ ਤੇ ਇਹਨਾਂ ਦੀ ਸੇਵਾ ਵੀ ਕਰ ਰਿਹਾ ਹਾਂ ਤੇ ਮੇਰੇ ਰੋਜ਼ੀ ਰੋਟੀ ਦਾ ਵੀ ਇੱਕ ਸਾਧਨ ਹੈ ਜੀ। ਪਰ ਅੱਜ ਡਾਕਟਰ ਪ੍ਰਦੀਪ ਗਿੱਲ ਜੇਕਰ ਜਾਨਵਰਾਂ ਦੇ ਡਾਕਟਰ ਨਾ ਹੁੰਦੇ ਤਾਂ ਕੀ ਹੁੰਦੇ? ਦੇਖੋ ਜੀ, ਮੇਰੇ ਗ੍ਰੈਂਡਫਾਦਰ, ਸਾਡੇ ਦਾਦਾ ਜੀ, ਅਸੀਂ ਉਹਨੂੰ ਬਾਬਾ ਜੀ ਕਹਿੰਦੇ ਹੁੰਦੇ ਸੀਗੇ ਤੇ ਉਹ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਪਿੰਡ ਜਾਣਾ ਤੇ ਉਹਨਾਂ ਨੇ ਕਹਿਣਾ ਨਾ, ਮੇਰੇ ਇੱਕ ਵੱਡੇ ਬ੍ਰਦਰ ਨੇ, ਉਹ ਵੀ ਵੈਟਰਨਰੀਅਨ ਨੇ, ਹਾਂਜੀ।
ਤੇ ਉਹਨਾਂ ਨੇ ਕਹਿਣਾ ਵੀ ਨਾ ਜਿਹੜਾ ਤਾਂ ਹੈਗਾ ਵੱਡਾ ਮੇਰੇ ਤੋਂ ਵੱਡਾ ਬ੍ਰਦਰ ਹੈਗਾ ਵੀ ਉਹਨੂੰ ਤਾਂ ਅਸੀਂ ਕਰਾਵਾਂਗੇ ਖੇਤੀ ਜੀ, ਤੇ ਜਿਹੜਾ ਛੋਟਾ ਹੈਗਾ ਉਹਨੂੰ ਬਣਾਵਾਂਗੇ ਵਕੀਲ। ਅੱਛਾ ਜੀ। ਸੋ ਹੋ ਸਕਦਾ ਮੈਂ ਵਕੀਲ ਹੁੰਦਾ ਕਿਉਂਕਿ ਮੇਰੇ ਫਾਦਰ ਵੀ ਪ੍ਰੋਫੈਸ਼ਨਲੀ ਵਕੀਲ ਸੀਗੇ। ਹਾਂਜੀ। ਸੋ ਦੇਰ ਇਜ਼ ਅ ਗੁੱਡ ਪੋਸਿਬਿਲਿਟੀ ਵੀ ਮੈਂ ਵਕੀਲ ਹੁੰਦਾ ਜੇ ਪਰ ਵਕੀਲ ਬਣਦੇ ਬਣਦੇ ਡਾਕਟਰ ਬਣ ਗਏ। ਹਾਂਜੀ ਚਲੋ ਮੈਂ ਜੋ ਜਿਸ ਤਰ੍ਹਾਂ ਜੀ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਜੋ ਲਿਖਿਆ ਹੁੰਦਾ ਹੈਗਾ, ਜਿਸ ਤਰ੍ਹਾਂ ਵੀ ਤੁਸੀਂ ਆਪਦੀ ਜੋ ਵੀ ਜੀਵਨ ਦੇ ਵਿੱਚ ਜਿਵੇਂ ਕਰਨਾ ਹੁੰਦਾ ਉਹ ਬਣਿਆ ਹੁੰਦਾ, ਤੇ ਜਿੰਨੇ ਮਰਜ਼ੀ ਤੁਸੀਂ ਕੋਸ਼ਿਸ਼ਾਂ ਕਰ ਲਓ ਪਰ ਹੋਣਾ ਉਹੀ ਹੈ ਜੋ ਤੁਹਾਡੀ ਕਿਸਮਤ 'ਚ ਜਾਂ ਤੁਹਾਡੇ ਪਰਮਾਤਮਾ ਨੇ ਜੋ ਤੁਹਾਡੇ ਵਾਸਤੇ ਲਿਖਿਆ ਹੈਗਾ। ਬਿਲਕੁਲ। ਪਰ ਐਸਾ ਕੀ ਸਬਬ ਬਣਿਆ ਜੋ ਤੁਸੀਂ ਦੱਸਿਆ ਕਿ 1989 ਵਿੱਚ ਤੁਸੀਂ ਇੱਥੇ ਆਏ, ਅਮਰੀਕਾ ਦੀ ਧਰਤੀ 'ਤੇ ਲੈਂਡ ਹੋਏ? ਕੀ ਸਬਬ ਬਣਿਆ, ਕੀ ਸੋਚ ਕੇ ਆਏ, ਕੀ ਡਾਲਰਾਂ ਦੀ ਚਮਕ ਖਿੱਚ ਲਾਈ ਡਾਕਟਰ ਪ੍ਰਦੀਪ ਸਿੰਘ ਗਿੱਲ ਨੂੰ ਅਮਰੀਕਾ ਵਿੱਚ? ਦੇਖੋ ਜੀ ਕੁਛ ਤਾਂ ਹੁੰਦਾ ਹੈ ਕਿਉਂਕਿ ਅਸੀਂ ਹਮੇਸ਼ਾ ਹੀ ਹਰੇਕ ਇਨਸਾਨ ਦੀ ਤਕਰੀਬਨ ਅਪਰੋਚ ਇਹ ਹੁੰਦੀ ਹੈ ਕਿ ਜ਼ਿੰਦਗੀ 'ਚ ਕੁਛ ਚੰਗਾ ਕੀਤਾ ਜਾਵੇ। ਜਿਸ ਵੇਲੇ ਮੈਂ ਪੰਜਾਬ ਗਵਰਨਮੈਂਟ ਦੀ ਜੌਬ ਕਰਦਾ ਸੀ, ਮੈਂ 83 to 85 ਮੈਂ ਉੱਥੇ ਪੰਜਾਬ ਗਵਰਨਮੈਂਟ ਦੀ ਜੌਬ ਕੀਤੀ ਜੀ। ਤੇ ਉੱਥੇ ਕੋਈ ਜਿਹੜੀ ਇਨਫਰਾਸਟ੍ਰਕਚਰ ਜਾਂ ਐਸਟੈਬਲਿਸ਼ਮੈਂਟ ਜਿਹੜੀ ਹੈ ਨਾ ਗਵਰਨਮੈਂਟ ਦੀ ਜੋ ਸੀਗੀ ਉਹ ਕੋਈ ਬਹੁਤੀ ਇੰਨੀ ਲਾਹੇਵੰਦ ਜਾਂ ਇੰਨੀ ਪ੍ਰੋਡਕਟਿਵ ਨਹੀਂ ਸੀ ਮੇਰੀ ਆਪਣੀ ਸੋਚ ਮੁਤਾਬਕ। ਕਿਉਂਕਿ ਸਾਡੀ ਜਿਹੜੀ ਹੈਗੀ ਨਾ ਯੂਨੀਵਰਸਿਟੀ ਦੀ ਜਿਹੜੀ ਸਾਡੀ ਸਟੱਡੀ ਸੀਗੀ ਬੜੀ ਅੱਛੀ ਸੀਗੀ, ਵੀ ਵਰ ਵੈਰੀ ਵੈਲ ਟ੍ਰੇਨਡ ਜੀ, ਪਰ ਉਹ ਸਾਡੇ ਕੋਲ ਸਾਧਨ ਨਹੀਂ ਸੀ ਵੀ ਉਹ ਜਿਹੜੇ ਅਸੀਂ ਆਪਣੀ ਜੋ ਸਾਡੀਆਂ ਸਕਿੱਲ ਸੀਗੀਆਂ ਅਸੀਂ ਉਹਨੂੰ ਫੀਲਡ 'ਚ ਯੂਜ਼ ਕਰ ਸਕੀਏ। ਤਕਰੀਬਨ ਜੋ ਸਾਡੇ ਕੋਲੇ ਹੁੰਦਾ ਸੀਗਾ ਉਹ ਸਾਡੇ ਫਾਰਮਾਸਿਸਟ ਕੋਲੇ ਜਾਂ ਈਵਨ ਕਲਾਸ 4 ਵੀ ਜਿਹੜੇ ਉੱਥੇ 30 ਸਾਲਾਂ ਸਾਡੇ ਹਸਪੀਟਲ 'ਚ ਬੈਠੇ ਨੇ ਉਹ ਵੀ ਉਹੀ ਕੰਮ ਕਰਦੇ ਸੀਗੇ ਜੋ ਅਸੀਂ ਕਰਦੇ ਸੀਗੇ। ਸਾਡੇ ਕੋਲੇ ਸਿਰਫ ਸਾਇੰਟੀਫਿਕ ਨੌਲੇਜ ਹੋਣ ਕਰਕੇ, ਟ੍ਰੇਨਿੰਗ ਕਰਕੇ ਅਸੀਂ ਉਹਨੂੰ ਇੱਕ ਸਾਇੰਟੀਫਿਕ ਤਰੀਕੇ ਦੇ ਨਾਲ ਉਹਨੂੰ ਅਸੀਂ ਮਤਲਬ ਉਸ ਚੀਜ਼ ਨੂੰ ਜੇ ਕਿਸੇ ਜਾਨਵਰ ਦੀ ਬਿਮਾਰੀ ਨੂੰ ਹੈਂਡਲ ਕਰਨਾ ਸੀ ਕਰਨ ਦੇ ਸਮਰੱਥ ਸੀਗੇ। ਪਰ ਜਿਹੜੇ ਟੂਲ ਸਾਡੇ ਕੋਲ ਅਵੇਲੇਬਲ ਨਹੀਂ ਸੀਗੇ। ਜੇ ਕੋਈ ਵੀ ਅਸੀਂ ਸਰਜਰੀ ਕਰਨੀ ਹੈ ਫੀਲਡ ਦੇ ਵਿੱਚ ਉਹ ਸਰਜਰੀ ਦੇ ਸਾਡੇ ਕੋਲ ਸਾਧਨ। ਇਹ ਤੁਸੀਂ ਗੱਲ ਕਰੋ 1989 ਦੀ? 1983 ਦੀ। ਓਕੇ। ਹਾਂਜੀ 83 ਦੇ ਵਿੱਚ ਮੈਂ ਆਪਣੀ ਅੰਡਰਗ੍ਰੈਡ ਖਤਮ ਕੀਤੀ ਸੀ ਤੇ ਉਸ ਤੋਂ ਬਾਅਦ ਮੈਂ ਪੌਣੇ 2 ਸਾਲ ਮੈਂ ਪੰਜਾਬ ਗਵਰਨਮੈਂਟ ਦੀ ਜੌਬ ਕੀਤੀ ਸੀ ਜੀ। ਸੋ ਮੈਂ ਉਹਨਾਂ ਸਮੇਂ ਦੀ ਗੱਲ ਕਰਦਾ। ਹੁਣ ਸ਼ਾਇਦ ਕੁਝ ਚੇਂਜਸ ਆ ਗਈਆਂ ਹੁਣ ਕਿਉਂਕਿ ਕਾਫੀ ਮਾਡਰਨਾਈਜੇਸ਼ਨ ਹੋ ਗਈ ਉੱਥੇ। ਬਿਲਕੁਲ। ਤੇ ਉਹ ਚੰਗਾ ਹੈ ਉਸ ਤਰ੍ਹਾਂ ਦੇ ਜਿਹੜੇ, ਕਿਉਂਕਿ ਅਸੀਂ ਤਾਂ ਸਿਰਫ ਜਿਹੜੇ ਵੱਡੇ ਜਾਨਵਰ ਸੀਗੇ ਗਾਵਾਂ, ਮੱਝਾਂ, ਬਲਦ, ਇਸ ਤਰ੍ਹਾਂ ਦੇ ਜਿਹੜੇ ਜਾਨਵਰ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਆਮ ਜੱਟਾਂ ਕੋਲੇ, ਅਸੀਂ ਤਾਂ ਉਹਨਾਂ ਤੇ ਹੀ ਟ੍ਰੀਟਮੈਂਟ ਉਹਨਾਂ ਨੂੰ ਕਰਦੇ ਹੁੰਦੇ ਸੀਗੇ ਜੀ। ਤੇ ਸੋ ਹੁਣ ਜਿਹੜੀਆਂ ਚੇਂਜਸ ਕਾਫੀ ਆ ਗਏ ਹੁਣ ਕਿਉਂਕਿ ਮੈਨੂੰ ਇਸ ਬਾਰੇ ਬਹੁਤੀ ਵਾਕਫੀਅਤ ਨਹੀਂ ਹੈ, ਪਰ ਜਿਵੇਂ ਸੁਣਨ 'ਚ ਆਉਂਦਾ ਹੈਗਾ ਕਿਉਂਕਿ ਮੇਰੇ ਦੋਸਤ ਉਹ ਕਾਫੀ ਹੁਣ ਰਿਟਾਇਰ ਹੋ ਗਏ ਨੇ, ਪਰ ਜੋ ਉਹਨਾਂ ਨੇ ਫੀਲਡ ਦੇ ਜੋ ਕੰਮ ਕੀਤਾ ਹੈ ਬੜੇ ਸੋਹਣੇ ਤਰੀਕੇ ਦੇ ਨਾਲ ਉਹ ਉਹਨਾਂ ਕੋਲੇ ਉਹ ਆਪਣੀ ਸਕਿੱਲ। 1989 ਵਿੱਚ ਜਦੋਂ ਤੁਸੀਂ ਇੱਥੇ ਅਮਰੀਕਾ ਲੈਂਡ ਹੋਏ ਤੁਹਾਨੂੰ ਲੱਗਿਆ ਕਿ ਮੇਰਾ ਫੈਸਲਾ ਸਹੀ ਹੈ ਲੈਂਡ ਕਰਦਿਆਂ? ਪਹਿਲਾਂ ਤਾਂ ਜੀ ਮੈਨੂੰ ਮੁਸ਼ਕਿਲ ਲੱਗੀ ਸੀਗੀ ਉਹ ਜਿਹੜਾ ਇੱਕ ਕਲਚਰਲ ਸ਼ੌਕ ਜਿਹਨੂੰ ਕਹਿੰਦੇ ਹੈਗੇ ਨਾ ਵੀ ਉਸ ਮੁਲਕ ਤੋਂ ਆ ਕੇ ਤੁਸੀਂ ਇੱਥੇ ਇੱਕ ਹੋਰ ਮੁਲਕ ਦੇ ਵਿੱਚ ਥੋੜ੍ਹਾ ਮੈਨੂੰ ਇਹ ਲੱਗਿਆ ਵੀ ਅਸੀਂ ਜਿਹੜਾ ਸਾਡਾ ਪਿਛੋਕੜ ਹੈਗਾ ਬਹੁਤ ਆਰਗੇਨਾਈਜ਼ ਨਹੀਂ ਸੀਗਾ। ਇੱਥੇ ਆ ਕੇ ਤੁਹਾਨੂੰ ਆਰਗੇਨਾਈਜ਼ ਹੋਣਾ ਪੈਂਦਾ ਤੇ ਉਹ ਇੱਕ ਚੈਲੰਜ ਜਿਹਾ ਬਣ ਜਾਂਦਾ ਕਈ ਵਾਰੀ। ਤਾਂ ਇਹ ਗੱਲ ਨਾ ਅੱਜ ਵੀ ਹੈ, ਆਰਗੇਨਾਈਜ਼ ਉੱਥੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਨੇ। ਜਦੋਂ ਉੱਥੋਂ ਦੀ ਜਿਹੜਾ ਨੌਜਵਾਨ ਵਰਗ ਹੈ ਨਾ ਉੱਥੋਂ ਦੀ ਕੁਝ ਸੋਚ ਕੇ ਆਉਂਦਾ ਔਰ ਇੱਥੇ ਜਦੋਂ ਪੈਰ ਰੱਖਦਾ ਨਾ ਤਾਂ ਆਰਗੇਨਾਈਜ਼ ਉਹਨੂੰ ਹੋਣਾ ਪੈਂਦਾ ਕਿਉਂਕਿ ਇੱਥੋਂ ਦੇ ਕਾਨੂੰਨ ਇੰਨੇ ਸਖਤ ਨੇ। ਬਿਲਕੁਲ ਹਾਂਜੀ, ਸਿਸਟਮ ਹੈ ਅਜਿਹਾ। ਨਹੀਂ ਠੀਕ ਹੈ, ਉਹ ਆਪਣੀ ਇੱਕ ਜਾਂ ਤਾਂ ਗੁਰੂ ਵੱਲੋਂ ਇੱਕ ਆਪਾਂ ਨੂੰ ਇੱਕ ਤਰੀਕਾ ਜਿਹਾ ਬਣਾ ਕੇ ਦਿੱਤਾ ਹੋਇਆ। ਜੇ ਆਪਾਂ ਮਤਲਬ ਆਪਣੀ ਸਿੱਖੀ ਦੇ ਵਿੱਚ ਆਪਾਂ ਜੇ ਉਸ ਚੀਜ਼ ਦੇ ਯਕੀਨ ਕਰਦੇ ਹੈਗੇ ਆ ਵੀ ਤੁਸੀਂ ਜਿੱਥੇ ਜਾਂਦੇ ਆਪਾਂ ਅਡਾਪਟ ਬਹੁਤ ਛੇਤੀ ਕਰ ਲੈਂਦੇ ਹਾਂ ਜੀ। ਤੇ ਉਹ ਅਡਾਪਟੇਬਿਲਿਟੀ ਦੇ ਕਰਕੇ ਆਪਣੇ ਜਿਹੜੇ ਨਾ ਲੋਕ ਸਕਸੈਸਫੁਲ ਵੀ ਬਹੁਤ ਨੇ। ਤੇ ਬਾਕੀ ਆਪਣੇ ਇਹਦੇ ਵਿੱਚ ਕੰਮ ਕਰਨ ਦੀ ਹਿੰਮਤ ਤੇ ਚੈਲੰਜਸ ਨੂੰ ਫੇਸ ਕਰਨ ਦੀ ਹਿੰਮਤ ਆਪਣੇ ਵਿੱਚ ਹੈਗੀ ਹੈ, ਬਣੀ ਵੀ ਆ। ਉਹ ਤਾਂ ਅਬਦਾਲੀ ਵੇਲੇ ਦੀ ਬਣੀ ਵੀ ਉਹ ਤਾਂ ਜੀ। ਸੋ ਇਸ ਕਰਕੇ ਆਪਾਂ ਨੂੰ ਕੋਈ ਵੀ ਚੈਲੰਜ ਇੰਨਾ ਵੱਡਾ ਨਹੀਂ ਲੱਗਦਾ ਹੈਗਾ ਕਿਉਂਕਿ ਆਪਾਂ ਹੈਡ ਔਨ ਲੈਂਦੇ ਹਰੇਕ ਚੀਜ਼ ਨੂੰ ਤੇ ਗੁਰੂ ਆਪਾਂ ਨੂੰ ਆਪਣੇ ਨਾਲ ਅੰਗ ਸੰਗ ਹੋਣ ਕਰਕੇ ਆਪਣੀ ਜਿਹੜੇ ਹੈਗੇ ਨਾ ਮਦਦ ਵੀ ਮਿਲਦੀ ਹੈਗੀ ਆ ਤੇ ਆਪਾਂ ਉਸ ਦੇ ਵਿੱਚ ਸਕਸੈਸਫੁਲ ਵੀ ਹੁੰਦੇ ਹੈਗੇ ਆ ਜੀ। ਪਰ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਇੱਥੇ ਲੈਂਡ ਹੋਏ ਆਪਣੇ ਤੁਸੀਂ ਇਹ ਸੋਚਿਆ ਹੋਇਆ ਸੀਗਾ ਕਿ ਮੈਂ ਇੱਥੇ ਆ ਕੇ ਵੀ ਡਾਕਟਰ ਪ੍ਰੋਫੈਸ਼ਨ ਵਿੱਚ ਹੀ ਰਹਿਣਾ ਹੈ ਜਾਂ ਮੈਨੂੰ ਅਗਰ ਲੋੜ ਪਈ ਤਾਂ ਮੈਂ ਪ੍ਰੋਫੈਸ਼ਨ ਚੇਂਜ ਵੀ ਕਰ ਸਕਦਾ? ਨਹੀਂ, ਮੈਂ ਬੜਾ ਇਸ ਦੇ ਵਿੱਚ ਮੈਂ ਬੜਾ ਕਲੀਅਰ ਸੀਗਾ ਜੀ। ਮੈਂ ਵੈਟਰਨਰੀਅਨ ਐਜ਼ ਅ ਵੈਟਰਨਰੀਅਨ ਹੀ ਇੱਥੇ ਕੰਮ ਕਰਨਾ ਹੈਗਾ ਔਰ ਮੈਂ ਹੋਰ ਕੋਈ ਕੰਮ ਨਹੀਂ ਕੀਤਾ, ਸਿਰਫ ਇਹੀ ਕੀਤਾ ਜੀ ਇੱਥੇ ਮੁਲਕ ਦੇ ਵਿੱਚ ਆ ਕੇ। ਪਰ ਕਦਮ ਦਰ ਕਦਮ ਅੱਗੇ ਜਦੋਂ ਵਧੇ ਤਾਂ ਕੀ ਸਭ ਕੁਝ ਆਸਾਨ ਸੀ? ਥੋੜ੍ਹੀਆਂ ਮੁਸ਼ਕਿਲਾਂ ਆਈਆਂ ਜੀ ਮੈਨੂੰ ਵੀ। ਤੇ ਪਹਿਲਾਂ ਤਾਂ ਅਸੀਂ ਜਿਹੜੀ ਸਾਡੀ ਉੱਥੇ ਦੀ ਸਟੱਡੀ ਜਿਹੜੀ ਸਾਡੀ ਟ੍ਰੇਨਿੰਗ ਹੁੰਦੀਆਂ ਸਟੱਡੀਜ਼ ਹੁੰਦੀਆਂ ਹੈਗੀਆਂ ਉਹ ਸਾਡੀਆਂ ਬੜੀਆਂ ਕਿਤਾਬੀ ਸਟੱਡੀਜ਼ ਨੇ ਉੱਥੇ ਜੀ। ਜਿਹੜੀ ਪ੍ਰੈਕਟੀਕਲ ਜਿਹੜੀ ਐਪਲੀਕੇਬਿਲਿਟੀ ਹੈਗੀ ਨਾ ਸਾਡੀ ਜਿਹੜੀ ਨੌਲੇਜ ਦੀ ਉਹ ਉੱਥੇ ਸਾਨੂੰ ਇੰਨਾ ਮੌਕਾ ਨਹੀਂ ਮਿਲਦਾ ਹੈਗਾ।
ਇੱਥੇ ਜਦੋਂ ਆਉਂਦੇ ਹੈਗੇ ਇੱਥੇ ਸਿਰਫ ਇੱਥੇ ਐਪਲੀਕੇਸ਼ਨ ਦੀ ਗੱਲ ਹੈਗੀ ਆ, ਤੁਸੀਂ ਜੋ ਸਿੱਖਿਆ ਹੈਗਾ ਉਹਨੂੰ ਅਪਲਾਈ ਕਿਵੇਂ ਕਰਨਾ ਹੈਗਾ, ਉਹ ਜਿਹੜੀ ਚੇਂਜ ਸੀਗੀ ਉਹ ਥੋੜ੍ਹੀ ਜਿਹੀ ਚੈਲੰਜਿੰਗ ਸੀਗੀ, ਪਰ ਉਹ ਅਡੈਪਟੇਬਿਲਿਟੀ ਜੋ ਮੈਂ ਤੁਹਾਡੇ ਨਾਲ ਗੱਲ ਕੀਤੀ ਹੈਗੀ ਆ ਉਹ ਬੜੀ ਕੁਇਕਲੀ ਅਸੀਂ ਸਿੱਖ ਲਈ ਉਹ ਚੀਜ਼, ਤੇ ਕੋਈ ਮੁਸ਼ਕਿਲ ਨਹੀਂ ਆਈ ਉਸ ਤੋਂ ਬਾਅਦ। ਜਦੋਂ ਮੈਂ ਇੱਕ ਵਾਰੀ ਲਾਇਸੈਂਸ ਲੈ ਲਿਆ ਤੇ ਲਾਇਸੈਂਸ ਲੈ ਕੇ ਥੋੜ੍ਹੀ ਜਿਹੀ ਮੈਂ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਦਾ, ਕਿਉਂਕਿ ਮੈਂ ਸ਼ੁਰੂ ਤੋਂ ਦਸਤਾਰ ਰੱਖੀ ਹੈ, ਇਸੇ ਸਰੂਪ ਦੇ ਵਿੱਚ ਮੈਂ ਰਿਹਾ ਹੈਗਾ ਜੀ, ਤੇ ਮੈਨੂੰ ਮੁਸ਼ਕਿਲਾਂ ਆਈਆਂ ਨੌਕਰੀ ਲੱਭਣ ਵਾਸਤੇ ਵੀ, ਨੌਕਰੀ ਲੱਭਣ ਵਾਸਤੇ ਹਾਂਜੀ, ਕਿਉਂਕਿ ਮੈਂ ਇੱਥੇ ਸ਼ਿਕਾਗੋ 'ਚ ਹੀ ਰਿਹਾ ਸ਼ੁਰੂ ਤੋਂ ਹੀ, ਤੇ ਜਦੋਂ ਉਹ ਜੌਬ ਓਪਨਿੰਗਸ ਦੇਖਣੀਆਂ ਤੇ ਮੈਂ ਕਾਲਾਂ ਕਰਨੀਆਂ ਟੈਲੀਫੋਨ ਤੇ, ਜਿਹੜਾ ਮੇਰਾ ਪ੍ਰੋਸਪੈਕਟਿਵ ਇੰਪਲੋਇਰ ਨਾਲ ਗੱਲ ਕਰਨੀ, ਸਾਰੀ ਗੱਲ ਠੀਕ ਠਾਕ। ਤੇ ਇੱਥੇ ਥੋੜ੍ਹਾ ਰਿਵਾਜ਼ ਹੈਗਾ ਵੀ ਆਪਾਂ ਨਾ ਹੁਣ ਆਪਾਂ ਮਿਲ ਲਈਏ, ਲੰਚ ਤੇ ਮਿਲਦੇ ਹੈਗੇ ਆ ਜੀ, ਸੋ ਮੈਂ ਕਈਆਂ ਨਾਲ ਲੰਚ ਕੀਤੇ ਪਰ ਕਿਸੇ ਨੇ ਮੈਨੂੰ ਜੌਬ ਨਹੀਂ ਦਿੱਤੀ, ਤੇ ਮੈਂ ਇੱਥੋਂ ਤੱਕ ਕਿ ਮੈਂ ਇਸ ਕਰਕੇ ਕਿ ਤੁਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ ਜਾਂ ਕੋਈ ਹੋਰ ਕਾਰਨ? ਨਹੀਂ, ਉਹ ਮੇਰਾ ਖਿਆਲ ਮੇਰੀ ਦਿੱਖ ਦਾ ਉਹਨਾਂ ਨੂੰ ਸ਼ਾਇਦ ਉਹਨਾਂ ਨੇ, ਕਿਉਂਕਿ ਉਸ ਵੇਲੇ ਬਹੁਤੇ ਦਸਤਾਰਧਾਰੀ ਇਸ ਤਰ੍ਹਾਂ ਮੇਰੇ ਦਿੱਖ ਵਾਲੇ ਲੋਕ ਉਹਨਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਸੀਗੇ, ਤੇ ਉਹ ਸਾਰੇ ਦੇ ਆਰ ਆਲ ਬਿਜ਼ਨਸ ਓਨਰਸ, ਤੇ ਉਹ ਫਿਰ ਆਪਦੇ ਬਿਜ਼ਨਸ ਦੇ ਪਰਸਪੈਕਟਿਵ ਤੋਂ ਦੇਖਦੇ ਹੈਗੇ ਵੀ ਇਹ ਜਿਹੜੇ ਬੰਦੇ ਨਾਲ ਮੈਂ ਜਿਹਨੂੰ ਇੰਪਲੋਏ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ, ਜਦੋਂ ਮੇਰੀ ਸਮਝ ਆਣਗੇ ਜਾਂ ਨਹੀਂ ਆਣਗੇ, ਹਾਂ ਮੇਰੀ ਸਮਝ 'ਚ ਨਹੀਂ ਆ ਰਹੀ ਹੈ ਗੱਲ, ਤੇ ਮੇਰੇ ਕਲਾਇੰਟਸ ਦੇ ਬਾਰੇ ਕੀ ਸੋਚਣਗੇ, ਸੋ ਮੈਂ ਉਹਨਾਂ ਦੇ ਪਰਸਪੈਕਟਿਵ ਤੋਂ ਦੇਖਦਾ ਸੀਗਾ। ਸੋ ਮੈਂ ਜਦੋਂ ਜਹਿਦ ਦੇ ਵਿੱਚ ਮੈਂ ਈਵਨ ਮਿਸ਼ੀਗਨ ਸਟੇਟ ਜਿਹੜੀ ਹੈਗੀ ਨਾਲ ਸਾਡੇ ਈਸਟ ਦੇ ਵਿੱਚ ਹੈਗੀ ਆ, ਤੇ ਮੈਂ ਉੱਥੇ ਤੱਕ ਵੀ ਗਿਆ ਨੌਕਰੀਆਂ ਦੇਖਣ ਵਾਸਤੇ, ਜਿਵੇਂ ਮੈਂ ਕਿਹਾ ਵੀ ਗੱਲਬਾਤ ਸਾਰੀ ਠੀਕ ਠਾਕ, ਨੌਕਰੀ ਵਾਲੇ ਕਿਸੇ ਦਾ ਕੋਈ ਜਵਾਬ ਸਵਾਲ ਨਹੀਂ। ਇੰਟਰਵਿਊ ਤੇ ਜਦੋਂ ਫੇਸ ਟੂ ਫੇਸ ਹੁੰਦੀ ਹੈ ਤਾਂ ਉੱਥੇ ਰਿਜੈਕਸ਼ਨ ਆ ਜਾਂਦੀ ਹੈ, ਉੱਥੇ ਹਾਂਜੀ, ਉੱਥੇ ਮੈਨੂੰ ਮੌਕਾ ਨਹੀਂ ਦਿੱਤਾ ਜਾਂਦਾ ਉਸ ਤੋਂ ਅੱਗੇ ਜੀ। ਤੇ ਫਿਰ ਮੈਨੂੰ ਕੁਦਰਤੀ ਜਿਸ ਤਰ੍ਹਾਂ ਸਬਬ ਬਣਦਾ ਹੈ, ਮੇਰੇ ਇੱਕ ਦੋਸਤ ਸੀਗੇ, ਇੱਕ ਉਹ ਇੱਥੇ ਗੋਰੇ ਡਾਕਟਰ ਨਾਲ ਕੰਮ ਕਰਦੇ ਸੀਗੇ, ਡਾਕਟਰ ਡੋਡੀ, ਤੇ ਉਹ ਡਾਕਟਰ ਸਰਬਜੀਤ ਮੇਰੇ ਤੋਂ 2 ਸਾਲ ਲੱਗੇ ਵੀ ਸੀਗੇ, ਮੇਰੇ ਚੰਗੇ ਦੋਸਤ ਨੇ, ਉਹਨਾਂ ਨੇ ਆਪਣਾ ਕਲੀਨਿਕ ਲੈਣਾ ਸੀਗਾ, ਤੇ ਉਹਨਾਂ ਨੇ ਉਹ ਜਿਹੜੀ ਉਹਨਾਂ ਦੀ ਜਗ੍ਹਾ ਸੀਗੀ ਉਹ ਖਾਲੀ ਹੋ ਰਹੀ ਸੀਗੀ, ਉਹ ਵੀ ਦਸਤਾਰਧਾਰੀ ਸੀ ਉਸ ਵੇਲੇ ਜੀ, ਤੇ ਉਹਨਾਂ ਨੇ ਆਪਣੇ ਜਿਹੜਾ ਇੰਪਲੋਇਰ ਨਾਲ ਗੱਲ ਕੀਤੀ ਵੀ ਮੈਂ ਤਾਂ ਛੱਡ ਕੇ ਜਾਣਾ ਹੈਗਾ, ਤੇ ਉਹ ਕਹਿੰਦਾ ਵੀ ਮੈਨੂੰ ਬੰਦਾ ਲੱਭ ਕੇ ਦਿਓ, ਤੇ ਡਾਕਟਰ ਪੰਡਾਲ, ਸਰਬਜੀਤ ਪੰਡਾਲ, ਉਹ ਮੈਨੂੰ ਕਹਿੰਦੇ ਪ੍ਰਦੀਪ ਵੀ ਇਸ ਤਰ੍ਹਾਂ ਕਰਕੇ ਵੀ ਮੈਂ ਜਗ੍ਹਾ ਛੱਡਣ ਲੱਗਿਆ ਤੇ ਉਹਨੂੰ ਲੋੜ ਹੈਗੀ ਆ, ਤੂੰ ਆਰ ਯੂ ਇੰਟਰਸਟਿਡ ਇਫ ਯੂ ਵਾਂਟ ਟੂ ਟੇਕ ਮਾਈ ਪਲੇਸ? ਮੈਂ ਡਾਕਟਰ ਸਾਹਿਬ ਇਟਸ ਅ ਗੁੱਡ ਓਪਰਚੁਨਿਟੀ ਫॉर ਮੀ, ਤੇ ਮੈਂ ਗੱਲ ਕਰਦਾ ਜੀ, ਤੇ ਉਹ ਮੈਂ ਡਾਕਟਰ ਡੋਟੀ ਨੂੰ ਗੱਲ ਕੀਤੀ, ਤੇ ਉਹ ਕਹਿੰਦੇ ਵੀ ਤੁਸੀਂ ਜੁਆਇਨ ਕਰ ਲਓ। ਸੋ ਮੈਂ ਕਿਤੇ ਹੋਰ ਕੰਮ ਕਰ ਰਿਹਾ ਸੀਗਾ ਜਿੱਥੇ ਕਿ ਮੈਨੂੰ ਜਗ੍ਹਾ ਇੰਨੀ ਪਸੰਦ ਨਹੀਂ ਸੀਗੀ, ਪਰ ਜਦੋਂ ਮੈਂ ਉੱਥੇ ਗਿਆ ਤੇ ਬੜਾ ਉਹਨੇ ਮੈਨੂੰ ਪਿਆਰ ਦਿੱਤਾ, ਬੜਾ ਕੁਛ ਸਿੱਖਿਆ ਮੈਂ ਉਹਦੇ ਕੋਲੋਂ ਜੀ, ਤੇ ਮੈਂ 6-7 ਸਾਲ ਉਹਨਾਂ ਦੇ ਨਾਲ ਕੰਮ ਕੀਤਾ, ਤੇ ਉਸ ਤੋਂ ਬਾਅਦ ਫਿਰ ਮੇਰੀ ਇਹ ਆਪਣੀ ਮਨਸ਼ਾ ਸੀਗੀ, ਮੇਰਾ ਏਮ ਵੀ ਸੀਗਾ ਵੀ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕਰਨੀ ਹੈਗੀ, ਸੋ ਇਸ ਕਰਕੇ ਫਿਰ ਮੈਂ 98 ਦੇ ਵਿੱਚ ਫਿਰ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਇੱਥੇ। ਉਸ ਤੋਂ ਬਾਅਦ ਤੁਸੀਂ ਆਪਣਾ ਕਲੀਨਿਕ ਖੋਲ੍ਹਿਆ, ਬਿਲਕੁਲ ਠੀਕ ਹੈ। ਪਰ ਜਿਵੇਂ ਤੁਸੀਂ ਕਿਹਾ ਕਿ ਇੰਪਲੋਇਰ ਜਿਹੜਾ ਸੀਗਾ ਤੁਹਾਨੂੰ ਰੱਖਣ ਤੋਂ ਗੁਰੇਜ਼ ਕਰ ਰਿਹਾ ਸੀਗਾ ਤੁਹਾਡੀ ਦਿੱਖ ਕਰਕੇ, ਲੇਕਿਨ ਜਦੋਂ ਤੁਸੀਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਜਾਂ ਫਿਰ ਜਿਹੜੇ ਤੁਹਾਡੇ ਕੋਲ ਆਉਂਦੇ ਸੀਗੇ ਕਲਾਇੰਟਸ ਆਉਂਦੇ ਸੀ ਆਪਣੇ ਪੈਟਸ ਨੂੰ ਲੈ ਕੇ, ਆਪਣੇ ਜਾਨਵਰਾਂ ਨੂੰ ਲੈ ਕੇ, ਕੀ ਉਹਦੇ ਵਿੱਚ ਵੀ ਫਰਕ ਦੇਖਿਆ? ਉਹਨਾਂ ਦੀ ਅੱਖਾਂ ਵਿੱਚ ਕੋਈ ਫਰਕ ਦੇਖਿਆ ਕਿ ਉਹਨਾਂ ਦੀ ਅੱਖਾਂ ਵਿੱਚ ਮੇਰੇ ਧਰਮ ਖਾਤਰ, ਮੇਰੀ ਦਿੱਖ ਖਾਤਰ ਮੈਨੂੰ ਕੁਝ ਫਰਕ ਲੱਭ ਰਿਹਾ? ਉਹ ਪਲੰਦਰ ਜੀ ਇਸ ਤਰ੍ਹਾਂ ਸੀ ਕਿ ਜਦੋਂ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਨਾ, ਦੋ ਤਰੀਕਿਆਂ ਨਾਲ ਤੁਸੀਂ ਆਪਣਾ ਪ੍ਰੋਫੈਸ਼ਨ ਐਜ਼ ਅ ਪ੍ਰੈਕਟੀਸ਼ਨਰ ਸ਼ੁਰੂ ਕਰ ਸਕਦੇ ਹੋ। ਇੱਕ ਤਾਂ ਹੈਗਾ ਵੀ ਤੁਸੀਂ ਕੋਈ ਰਨਿੰਗ ਪ੍ਰੈਕਟਿਸ ਲੈ ਲਓ, ਚੱਲਦੀ ਪ੍ਰੈਕਟਿਸ ਲੈ ਲਓ ਜੀ, ਤੇ ਉਹ ਇੱਕ ਤਰੀਕਾ ਹੁੰਦਾ, ਜਾਂ ਦੂਸਰਾ ਤਰੀਕਾ ਹੁੰਦਾ ਵੀ ਤੁਸੀਂ ਆਪਣੇ ਆਪ ਕੋਈ ਜਗ੍ਹਾ ਦੇਖ ਕੇ ਆਪਣੀ ਪ੍ਰੈਕਟਿਸ ਐਸਟੈਬਲਿਸ਼ ਕਰ ਲਓ, ਤੇ ਇਸ ਤਰ੍ਹਾਂ ਅੱਗੇ ਤੁਸੀਂ ਕੰਮ ਚਲਾਓ ਜੀ। ਸੋ ਮੈਂ ਦੂਸਰਾ ਜਿਹੜਾ ਆਪਸ਼ਨ ਸੀ ਕਿ ਮੈਂ ਉਹ ਚੂਜ਼ ਕੀਤੀ, ਮੈਂ ਆਪਣੀ ਪ੍ਰੈਕਟਿਸ ਇੱਕ ਜਗ੍ਹਾ ਦੇਖੀ ਨਵੇਂ ਸਿਰੇ ਤੋਂ, ਬਿਲਕੁਲ ਨਵੇਂ ਸਿਰੇ ਤੋਂ, ਫਰਮ ਜ਼ੀਰੋ, ਹਾਂਜੀ ਜਿਹਨੂੰ ਕਹਿੰਦੇ ਆ, ਤੇ ਉਹ ਮੈਂ ਸ਼ੁਰੂ ਕੀਤੀ, ਤੇ ਕਾਫੀ ਮਿਹਨਤ ਕੀਤੀ ਮੈਂ, ਪਰ ਮੈਨੂੰ ਕਿਤੇ ਇਸ ਤਰ੍ਹਾਂ ਨਹੀਂ ਲੱਗਿਆ ਵੀ ਇਹ ਬੰਦਾ ਕੌਣ ਆ, ਇਹ ਕਿਸ ਤਰ੍ਹਾਂ ਦਾ ਹੈਗਾ। ਇੱਕ ਇੰਸਟੈਂਸ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੈਗਾ, ਜਿਹੜਾ ਕਿ ਥੋੜ੍ਹੀ ਦੇਰ ਬਾਅਦ ਜਿਹੜਾ ਕਿ ਮੈਂ ਫੇਸ ਕੀਤਾ, 2 ਸਾਲ ਮੈਨੂੰ ਉਸ ਪ੍ਰੈਕਟਿਸ ਵਿੱਚ ਹੋ ਗਏ ਸੀਗੇ। ਇੱਕ ਮੇਰੇ ਕਲਾਇੰਟ, ਨਵਾਂ ਕਲਾਇੰਟ ਸੀਗੇ, ਤੇ ਉਹ ਆਪਣਾ ਇੱਕ ਛੋਟਾ ਜਿਹਾ ਡੌਗ ਸੀਗਾ, ਚਿਵਾਵਾ ਸੀਗਾ, ਤੇ ਉਹ ਲੈ ਕੇ ਆਏ, ਉਹਨਾਂ ਦੀ ਵਾਈਫ ਵੀ ਉਹਨਾਂ ਦੇ ਨਾਲ ਸੀ, ਤੇ ਉਹ ਮੇਰਾ ਖਿਆਲ ਉਹ ਜਿਊ ਸੀਗੇ, ਯਹੂਦੀ, ਮੇਰੇ ਖਿਆਲ ਉਹਨਾਂ ਦਾ ਜਿਹੜਾ ਸੀ ਨਾ, ਉਹਨਾਂ ਦਾ ਫੇਥ ਸੀਗਾ ਜੀ, ਤੇ ਉਹ ਆ ਗਏ, ਤੇ ਮੈਂ ਉਹਨਾਂ ਦੇ ਡੌਗ ਨੂੰ ਟ੍ਰੀਟ ਕੀਤਾ, ਤੇ ਉਹ ਉਸ ਤੋਂ ਬਾਅਦ ਚਲੇ ਗਏ। ਹਫ਼ਤੇ ਬਾਅਦ ਫੇਰ ਆਏ ਦੁਬਾਰਾ, ਮੇਰੇ ਖਿਆਲ ਮੈਂ ਡੌਗ ਨੂੰ ਸ਼ਾਇਦ ਦੁਬਾਰਾ ਰੀਚੈਕ ਕਰਨਾ ਸੀਗਾ, ਤਾਂ ਆ ਗਏ, ਤੇ ਮੈਨੂੰ ਆ ਕੇ ਕਹਿੰਦੇ ਨਾ ਡਾਕਟਰ ਗਿੱਲ, ਉਹ ਅੰਗਰੇਜ਼ੀ 'ਚ ਬੋਲਦੇ ਸੀ, ਪਰ ਮੈਂ ਉਸ ਨੂੰ ਪੰਜਾਬੀ ਦੇ 'ਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਉਹ ਕਹਿੰਦੇ ਵੀ ਮੈਂ ਤੁਹਾਨੂੰ ਜਦੋਂ ਪਹਿਲੀ ਵਾਰੀ ਦੇਖਿਆ ਨਾ, ਤੇ ਮੈਨੂੰ ਇਹ ਲੱਗਿਆ ਵੀ ਇਹ ਕੌਣ ਆ ਬੰਦਾ, ਤੇ ਸੋ ਮੈਂ ਥੋੜ੍ਹਾ ਜਿਹਾ ਇਸ ਗੱਲ ਦੇ ਉੱਤੇ ਮੇਰੀ ਥੋੜ੍ਹੀ ਜਿਹੀ ਹਿਚਕਚਾਹਟ ਸੀਗੀ ਵੀ ਮੈਂ ਇੱਥੇ ਰਵਾਂ ਕਿ ਨਾ ਆਵਾਂ, ਮਿਲਾਂ ਕਿ ਨਾ ਮਿਲਾਂ। ਪਰ ਜਦੋਂ ਮੈਂ ਤੇਰਾ ਤੌਰ ਤਰੀਕਾ ਵੇਖਿਆ ਨਾ, ਤੇ ਵੀ ਤੂੰ ਬੜੇ ਸੋਹਣੇ ਤਰੀਕੇ ਨਾਲ, ਬੜੇ ਪ੍ਰੋਫੈਸ਼ਨਲੀ, ਬੜੇ ਕੰਪੀਟੈਂਟਲੀ ਮੇਰੇ ਤੁਸੀਂ ਜਿਹੜੇ ਸੀ ਮੇਰੇ ਡੌਗਸ ਜਿਹੜੀਆਂ ਨੀਡਸ ਸੀਗੀਆਂ ਤੁਸੀਂ ਦੇਖੀਆਂ ਜੀ, ਤੇ ਆਈ ਵਾਜ਼ ਵੈਰੀ ਇੰਪ੍ਰੈਸਡ।
ਤੇ ਵੀ ਇਸ ਕਰਕੇ ਮੈਂ ਹੁਣ ਤੇਰਾ ਸਦਾ ਲਈ ਤੇਰਾ ਮੈਂ ਕਲਾਇੰਟ ਹੈਗਾ ਜੀ। ਤੇ ਉਹ ਮੇਰੇ ਸਦਾ ਲਈ ਕਲਾਇੰਟ ਰਹੇ ਵੀ ਹੈਗੇ ਆ। ਅਨਫੋਰਚੂਨਟਲੀ ਹੀ ਪਾਸਡ ਔਨ ਮੇਬੀ 10 years later। ਤੇ ਉਹਨਾਂ ਦੀ ਵਾਈਫ ਅਜੇ ਵੀ ਮੇਰੇ ਕੋਲੇ ਆਪਣੇ ਡੌਗਸ ਲੈ ਕੇ ਆਉਂਦੇ ਹੈਗੇ। ਪਰ ਯਾਨੀ ਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਕੀਤੀ ਹੈ, ਲੋਕਾਂ ਨੂੰ ਨਹੀਂ ਪਤਾ ਕਿ ਇਹ ਦਸਤਾਰ ਕਿਸ ਧਰਮ ਦੀ ਹੈਗੀ ਹੈ, ਜਾਂ ਇਸ ਦਸਤਾਰ ਨੂੰ ਕਿਸੇ ਹੋਰ ਧਰਮ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਅੱਜ ਵੀ। ਇਹ ਜਿਹੜੇ ਦੇਖੋ ਨਾ, ਜਿਹੜੇ 9/11 ਤੋਂ ਇੱਕ ਥੋੜ੍ਹੀ ਜਿਹੀ ਜਿਹੜੀ ਪ੍ਰੋਬਲਮਸ ਖੜੀਆਂ ਹੋ ਗਈਆਂ ਸੀ ਆਪਣੇ ਦਸਤਾਰ ਦੇ ਨਾਲ, ਕਿਸੇ ਹੋਰ ਧਰਮ ਨੂੰ ਕਨਫਿਊਜ਼ ਕਰਨਾ, ਤੇ ਆਪਣੇ ਲੋਕਾਂ ਨੂੰ ਇਸ ਕਰਕੇ ਕਈ ਵਾਰੀ ਇਸ ਗੱਲ ਦਾ ਨੁਕਸਾਨ ਵੀ ਹੋਇਆ ਹੈਗਾ ਜੀ। ਤੇ ਉਹ ਕਿਸੇ ਨੇ ਕਿਸ ਤਰੀਕੇ ਨਾਲ ਕਿਸੇ ਨੂੰ ਦੇਖਣਾ ਹੈਗਾ ਉਹਦੇ ਤੇ ਡਿਪੈਂਡੈਂਟ ਹੈਗਾ ਵੀ ਉਹ ਐਜੂਕੇਟ ਕਰਦਾ। ਜਿਸ ਤਰ੍ਹਾਂ ਮੈਂ ਆਪਣੇ ਕਲਾਇੰਟ ਦੀ ਗੱਲ ਕਰਦਾ ਨਾ, ਉਹਨਾਂ ਨੇ ਮੈਨੂੰ ਦੇਖਿਆ ਤੇ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਵੀ ਮੈਂ ਤੈਨੂੰ ਦੇਖ ਕੇ ਮੈਂ ਤੇਰੇ ਬਾਰੇ ਪਤਾ ਕੀਤਾ ਵੀ ਤੂੰ ਹੈ ਕੌਣ। ਤੇ ਉਹਨੂੰ ਪਤਾ ਲੱਗਿਆ ਵੀ ਮੈਂ ਇੱਕ ਸਿੱਖ ਧਰਮ ਨੂੰ ਬਿਲੋਂਗ ਕਰਦਾ, ਤੇ ਸਿੱਖ ਧਰਮ ਦੀ ਹਿਸਟਰੀ ਉਹਨੇ ਦੇਖੀ। ਸੋ ਉਹਨੇ ਆਪਣੇ ਆਪ ਨੂੰ ਐਜੂਕੇਟ ਕੀਤਾ। ਤਾਂ ਉਹ ਐਜੂਕੇਟ ਕਰਨ ਦੇ ਨਾਲ ਉਹ ਬੰਦਾ ਇਸ ਤਰ੍ਹਾਂ ਮਤਲਬ ਮੇਰਾ ਕਲਾਇੰਟ ਨੇ ਅਵੇਅਰ ਹੋ ਗਿਆ, ਤੇ ਮੇਰੇ ਨਾਲ ਉਹਦਾ ਪਰਮਾਨੈਂਟ ਰਿਲੇਸ਼ਨਸ਼ਿਪ ਬਣ ਗਿਆ, ਕਿਉਂਕਿ ਉਹਨੂੰ ਮੈਨੂੰ ਲੱਗਿਆ ਵੀ ਮੈਂ ਆਪਣੇ ਫੇਥ ਦੇ ਵਿੱਚ ਵੀ ਪਰਪੱਕ ਹੈਗਾ। ਜੋ ਦੇਖਣ ਤੋਂ ਤਾਂ ਮੈਂ ਐਟਲੀਸਟ ਮੈਨੂੰ ਲੱਗਦਾ ਹੀ ਸੀਗਾ। ਸੋ ਉਹਨੇ ਇਸ ਚੀਜ਼ ਦਾ ਬੜਾ ਉਹਨੂੰ ਮੇਰੇ 'ਤੇ ਯਕੀਨ ਬੜਾ ਕੀਤਾ, ਟਰਸਟ ਬਣ ਗਿਆ ਉਹਦਾ ਮੇਰੇ ਉੱਪਰ। ਤੇ ਉਹ ਮੇਰੇ ਦੇਖੋ ਤੁਸੀਂ ਹਜੇ ਤੱਕ ਵੀ ਉਹਨਾਂ ਦੀ ਵਾਈਫ ਜਿਹੜੀ ਹੈਗੀ ਉਹ ਮੇਰੇ ਕੋਲ ਡੌਗਸ ਲੈ ਕੇ ਆਉਂਦੇ ਹੈਗੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਿੱਖ ਫੇਥ ਨੂੰ ਹੁਣ ਲੋਕ ਕਿਵੇਂ ਦੇਖਦੇ ਹੈਗੇ ਆ, ਇਹ ਹੁਣ ਆਪਾਂ ਨੂੰ ਸਮਝਣਾ ਥੋੜ੍ਹਾ ਜਿਹਾ ਮੁਸ਼ਕਿਲ ਆ। ਪਰ ਜੇ ਤੁਸੀਂ ਆਪਣੇ ਆਪ 'ਚ ਕੌਨਫੀਡੈਂਟ ਹੋ ਵੀ ਮੈਂ ਦਸਤਾਰਧਾਰੀ ਹਾਂ, ਮੈਂ ਲੋਕਾਂ ਦੇ ਵਿੱਚ ਵਿਚਰਨਾ ਵੀ ਹੈ, ਤੇ ਇਹ ਲੋਕ ਤੁਹਾਨੂੰ ਦੇਖਦੇ ਵੀ ਤੁਸੀਂ ਸਾਡੇ ਨਾਲ ਕਿਵੇਂ ਟਰੀਟ ਕਰਦੇ ਹੋ ਜੀ, ਤੁਸੀਂ ਸਾਡੇ ਨਾਲ ਓਨੈਸਟ ਹੋ, ਸਾਡੇ ਨਾਲ ਸਿੰਸੀਅਰ ਹੋ ਕਿ ਨਹੀਂ ਹੋ ਜੀ। ਸੋ ਜੇ ਚੀਜ਼ਾਂ ਤੁਸੀਂ ਜਿਹੜੇ ਹੈਗੇ ਨਾ, ਇਹ ਜਿਹੜੇ ਪੈਰਾਮੀਟਰਸ ਜੇ ਤੁਸੀਂ ਉਹਨਾਂ ਦੇ ਮੁਤਾਬਕ ਤੁਸੀਂ ਕਰ ਲੈਣੇ ਹੈਗੇ, ਤੁਹਾਨੂੰ ਬਹੁਤ ਪਿਆਰ ਕਰਦੇ ਆ। ਬਿਲਕੁਲ ਠੀਕ ਹੈ। ਸੋ ਮੈਨੂੰ ਇਸੇ ਕਰਕੇ ਹੁਣ ਅੱਜ ਕੱਲ੍ਹ ਤਾਂ ਆਪਣੀ ਪਾਪੂਲੇਸ਼ਨ ਬਹੁਤ ਹੋ ਗਈ ਹੈ ਦਸਤਾਰਧਾਰੀ। ਤੁਹਾਨੂੰ ਆਮ ਤੌਰ 'ਤੇ ਤੁਹਾਨੂੰ ਕਿਸੇ ਮਤਲਬ ਮਾਲ ਦੇ ਵਿੱਚ ਜਾਂ ਤੁਸੀਂ ਡਰਾਈਵ ਕਰ ਤੁਹਾਨੂੰ ਕਿਤੇ ਮਿਲੇ, ਉਹਨਾਂ ਦਿਨਾਂ 'ਚ ਬਹੁਤ ਘੱਟ ਹੁੰਦੇ ਸੀਗੇ। ਬਿਲਕੁਲ। ਤੇ ਪਰ ਅਗੇਨ ਹੁਣ ਇਸ ਵੇਲੇ ਅਵੇਅਰਨੈਸ ਬਹੁਤ ਹੋ ਰਹੀ ਹੈਗੀ ਆ, ਲੋਕਾਂ ਨੂੰ ਪਤਾ ਲੱਗ ਰਿਹਾ ਹੈਗਾ। ਆਪਣੇ ਕੁਛ ਜਿਹੜੇ ਪੋਲੀਟਿਕਸ ਦੇ ਵਿੱਚ ਵੀ ਲੋਕ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ। ਸੋ ਅਵੇਅਰਨੈਸ ਬਹੁਤ ਹੋ ਰਹੀ ਹੈਗੀ। ਸੋ ਇਸ ਕਰਕੇ ਅੱਜ ਕੱਲ੍ਹ ਥੋੜ੍ਹਾ ਜਿਹਾ ਸੌਖਾ ਹੈਗਾ ਇਹਦੇ ਵਿੱਚ। ਬਿਲਕੁਲ ਠੀਕ ਹੈ। ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਡਾਕਟਰ ਸਾਹਿਬ ਨੇ ਇੱਕ ਇੱਥੇ ਬੈਚ ਲਗਾਇਆ ਹੋਇਆ ਜਿਸ 'ਤੇ ਲਿਖਿਆ ਹੋਇਆ ਹੈ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ ਅਪ੍ਰੈਲ ਇਲੀਨੋਏ ਇੱਥੋਂ ਦੀ ਸਟੇਟ ਹੈ, ਸ਼ਿਕਾਗੋ ਸ਼ਹਿਰ ਹੈ। ਸੋ ਇਹ ਜਾਣਨਾ ਚਾਹਾਂਗੇ ਇੱਕ ਖਾਸ ਬੈਚ ਕਿਉਂ ਲਗਾਇਆ ਗਿਆ, ਇਸ ਦੀ ਮਹੱਤਤਾ ਕੀ ਹੈ? ਨਹੀਂ, ਇਹ ਤੁਸੀਂ ਬੜੀ ਸੋਹਣੀ ਇਹ ਸਵਾਲ ਕੀਤਾ ਪਰਿੰਦਰ ਜੀ। ਇਹ ਸਿੱਖ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ ਹੈਗਾ ਅਪ੍ਰੈਲ ਦਾ ਜੀ, ਜਿਹੜਾ ਕਿ ਅਸੀਂ ਇਲੀਨੋਏ ਦੇ ਵਿੱਚ ਇੱਕ ਡੈਜ਼ਿਗਨੇਟਡ ਮੰਥ ਹੈਗਾ, ਜਿਹੜਾ ਕਿ ਗਵਰਨਰ ਆਫ ਇਲੀਨੋਏ ਮਿਸਟਰ ਪ੍ਰਿਟਜ਼ਕਰ ਨੇ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਵਿੱਚ ਆ ਕੇ ਉਹਨਾਂ ਨੇ ਇਹ ਬਿੱਲ ਸਾਈਨ ਕੀਤਾ ਸੀ ਜੀ। ਇੱਕ ਤਰ੍ਹਾਂ ਦਾ ਉਹਨਾਂ ਨੇ ਕਹਿੰਦਾ ਟੈਂਪਰੇਰੀ ਇੱਕ ਜਿਹੜਾ ਹੈਗਾ ਗਵਰਨਰਸ ਆਫਿਸ ਉੱਥੇ ਐਸਟੈਬਲਿਸ਼ ਕੀਤਾ ਉਹਨੇ, ਕਿਉਂਕਿ ਬਿੱਲ ਜਦੋਂ ਸਾਈਨ ਕਰਨਾ ਹੁੰਦਾ ਉਹਨਾਂ ਨੇ ਕੀਤਾ ਸੀ। ਉਹ ਆਪਣੇ ਗੁਰਦੁਆਰਾ ਸਾਹਿਬ ਪਹਿਲਾ ਟਾਈਮ ਦੇ ਵਿੱਚ ਆ ਕੇ ਉਹਨਾਂ ਨੇ ਇਸ ਚੀਜ਼ ਨੂੰ ਉਹਨਾਂ ਨੇ ਲਾਗੂ ਕੀਤਾ ਸੀਗਾ। ਇਹ ਇੱਕ ਤਰ੍ਹਾਂ ਦਾ ਹੁਣ ਇਸ ਵੇਲੇ ਪਰਮਾਨੈਂਟਲੀ ਇਲੀਨੋਏ ਦੇ ਵਿੱਚ ਹਰੇਕ ਸਾਲ ਅਪ੍ਰੈਲ ਐਜ਼ ਅ ਸਿੱਖ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ ਦੇ ਵਜੋਂ ਜਾਣਿਆ ਜਾਂਦਾ। ਜਿਸ ਤਰ੍ਹਾਂ ਕਿ ਬਲੈਕ ਹਿਸਟਰੀ ਮੰਥ ਔਰ ਦੂਸਰੇ ਵੀ ਜਿਹੜੇ ਕਮਿਊਨਿਟੀਜ਼ ਦੇ ਜਿਹੜੇ ਮਹੀਨੇ ਜਿਹੜੇ ਹੈਗੇ ਹਿਸਪੈਨਿਕਸ ਦੇ ਵੀ ਕਰਦੇ ਹੈਗੇ ਆ, ਉਹ ਉਸ ਤਰ੍ਹਾਂ ਸਿੱਖਾਂ ਦਾ ਇੱਕ ਤਰ੍ਹਾਂ ਦਾ ਇੱਥੇ ਇਹ ਚੀਜ਼ ਐਸਟੈਬਲਿਸ਼ ਹੋ ਚੁੱਕੀ ਹੈਗੀ ਹੈ, ਜਿਹੜੀ ਕਿ ਇੱਥੋਂ ਦੀ ਸੰਗਤ ਨੇ ਇਕੱਠੇ ਹੋ ਕੇ ਕੁਛ ਇੱਥੇ ਬੜੇ ਪਤਵੰਤੇ ਸੱਜਣ ਨੇ ਜਿਨ੍ਹਾਂ ਨੇ ਕਿ ਉਹਨਾਂ ਦੇ ਉਦਮ ਦੇ ਨਾਲ ਇਹ ਚੀਜ਼ ਹੋਈ ਹੈਗੀ ਆ। ਤੇ ਇਹ ਜਦੋਂ ਅਸੀਂ 3-4 ਸਾਲ ਪਹਿਲਾਂ ਜਦੋਂ ਇਹ ਚੀਜ਼ ਹੋਈ ਸੀਗੀ, ਮੇਰੇ ਖਿਆਲ US ਦੇ ਵਿੱਚ ਪਹਿਲੀ ਇੱਕ ਇਹ ਚੀਜ਼ ਸੀਗੀ ਜਿਹੜੀ ਕਿ ਇਲੀਨੋਏ ਨੇ ਇਸ ਚੀਜ਼ ਨੂੰ ਅਚੀਵ ਕੀਤਾ ਸੀਗਾ ਐਜ਼ ਸਿੱਖਸ ਜੀ। ਪਰ ਇਸ ਚੀਜ਼ ਨੂੰ ਅਚੀਵ ਕਰਨ ਦੇ ਲਈ ਸਿੱਖ ਐਪਰੀਸੀਏਸ਼ਨ ਮੰਥ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ ਨੂੰ ਅਚੀਵ ਕਰਨ ਦੇ ਲਈ ਕੀ ਕੁਝ ਘਾਲਣਾ ਕੀਤੀ ਗਈ, ਕੀ ਕੁਝ ਮਿਹਨਤਾਂ ਕੀਤੀਆਂ ਗਈਆਂ ਇੱਥੋਂ ਸਿੱਖ ਪਰਿਵਾਰਾਂ ਵੱਲੋਂ? ਉਹ ਇਸ ਤਰ੍ਹਾਂ ਸੀ ਜੀ, ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀਗੇ ਨਾ ਵੀ ਹੁਣ ਦਸਤਾਰਧਾਰੀ ਲੋਕ ਥੋੜ੍ਹੇ ਅੱਗੇ ਆ ਰਹੇ ਨੇ, ਪੋਲੀਟੀਸ਼ੀਅਨਸ ਦੇ ਨਾਲ ਜਿਹੜੇ ਲੋਕਲ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਨਾਲ ਰਾਬਤਾ ਬਣ ਰਿਹਾ ਹੈਗਾ। ਉਹ ਵੀ ਸਮਝ ਵੀ ਰਹੇ ਨੇ ਸਾਨੂੰ। ਇੱਕ ਇੱਥੇ ਸਾਡੇ ਦੋਸਤ ਨੇ, ਬੜੇ ਮਿੱਤਰ ਨੇ, ਸਰਵਣ ਸਿੰਘ ਜੀ, ਉਹ ਇਹਨਾਂ ਨੇ ਇਸ ਚੀਜ਼ ਵਿੱਚ ਬਹੁਤ ਕੰਮ ਕੀਤਾ। ਉਹਨਾਂ ਨੇ ਜਿਹੜੀਆਂ ਆਪਣੀਆਂ ਵਰਲਡ ਵਾਰ ਦੀਆਂ ਪਿਕਚਰਸ ਸੀਗੀਆਂ ਨੇ ਸਿੱਖਾਂ ਦੀਆਂ ਗੋਰਿਆਂ ਦੇ ਨਾਲ, ਉਹ ਥਾਂ ਤੇ ਲਿਜਾ ਕੇ ਉਹਨਾਂ ਨੂੰ ਡਿਸਪਲੇ ਵੀ ਕਰਦੇ ਹੈਗੇ। ਉਹਦੇ ਨਾਲ ਬੜੇ ਕਨੈਕਸ਼ਨਸ ਬਣੇ। ਤੇ ਇੱਥੋਂ ਦੇ ਦੋ ਸੈਨੇਟਰਸ ਤੇ ਜਿਹੜੇ ਇਲੀਨੋਏ ਦੇ ਰੈਪਰੈਜ਼ੈਂਟੇਟਿਵ ਹਾਊਸ ਆਫ ਰੈਪਰੈਜ਼ੈਂਟੇਟਿਵ, ਉਹਨਾਂ ਦੇ ਨਾਲ ਰਾਬਤਾ ਕਾਇਮ। ਉਹਨਾਂ ਨੇ ਫਿਰ ਇਹ ਮਤਲਬ ਪੂਰਾ ਬਿੱਲ ਬਣਾ ਕੇ
ਇਲੀਨੋਇਸ ਦੀ ਅਸੈਂਬਲੀ ਦੇ ਵਿੱਚ ਇਹ ਦੋਨੋਂ ਪਾਸ ਕਰਵਾਏ, ਮਤਲਬ ਸੈਨੇਟ ਦੇ ਵਿੱਚੋਂ ਸਟੇਟ ਮਤਲਬ ਜਿਹੜਾ ਅਸੈਂਬਲੀ ਦੇ ਵਿੱਚੋਂ ਉਹਨਾਂ ਨੇ ਪਾਸ ਕਰਵਾ ਕੇ ਗਵਰਨਰ ਦੇ ਸਾਈਨ ਕਰਵਾਏ। ਸੋ ਇਹ ਉਹਨਾਂ ਦੀ ਮਿਹਨਤ ਦੇ ਨਾਲ ਇਹ ਚੀਜ਼ਾਂ ਹੋਈਆਂ ਹੈਗੀਆਂ। ਬਿਲਕੁਲ ਠੀਕ ਹੈ। ਪਰ ਅੱਜ ਸਿੱਖ ਧਰਮ ਲਗਾਤਾਰ ਬੁਲੰਦੀਆਂ 'ਤੇ ਤਾਂ ਪਹੁੰਚ ਰਿਹਾ, ਹਰ ਥਾਂ ਸਿੱਖਾਂ ਨੇ ਬਹੁਤ ਮੱਲਾਂ ਮਾਰੀਆਂ ਨੇ, ਭਾਵੇਂ ਫਿਰ ਉਹ ਡਾਕਟਰਸ ਹੋਣ, ਲਾਇਰਸ ਹੋਣ, ਇੰਜੀਨੀਅਰਸ ਹੋਣ, ਐਂਟਰਪ੍ਰੈਨਿਓਰਸ ਹੋਣ। ਪਰ ਦੂਜੇ ਪਾਸੇ ਜੇਕਰ ਦੇਖਿਆ ਜਾਏ ਤੁਹਾਨੂੰ ਲੱਗਦਾ ਹੈ ਕਿ ਸਿੱਖ ਧਰਮ ਦਾ ਜਿਸ ਤਰ੍ਹਾਂ ਵਿਸਤਾਰ ਹੋਣਾ ਚਾਹੀਦਾ ਸੀ ਉਹ ਹੋ ਰਿਹਾ, ਕਿਉਂਕਿ ਵੱਖ-ਵੱਖ ਆਰਗੇਨਾਈਜੇਸ਼ਨ, ਸਿੱਖ ਆਰਗੇਨਾਈਜੇਸ਼ਨਸ ਆਪਣੇ ਆਪਣੇ ਤਰੀਕੇ ਨਾਲ ਸਿੱਖ ਧਰਮ ਦਾ ਵਿਸਤਾਰ ਕਰਨ ਵਿੱਚ ਲੱਗੀਆਂ ਹੋਈਆਂ ਨੇ, ਅਵੇਅਰਨੈਸ ਲੋਕਾਂ ਵਿੱਚ ਜਾ ਰਹੀਆਂ ਨੇ। ਪਰ ਕੀ ਵਾਕਈ ਲੋਕੀ ਅਵੇਅਰ ਹੋ ਰਹੇ ਨੇ, ਹੋਰਨਾਂ ਕਮਿਊਨਿਟੀਜ਼ ਨੂੰ ਪਤਾ ਚੱਲ ਰਿਹਾ ਕਿ ਅਸੀਂ ਕੌਣ ਆ, ਸਿੱਖ ਕੌਣ ਨੇ? ਇਹ ਮੇਰਾ ਖਿਆਲ ਹਾਂਜੀ ਇਸ ਵੇਲੇ ਅਵੇਅਰਨੈਸ ਬਹੁਤ ਹੋ ਚੁੱਕੀ ਹੈਗੀ ਆ। ਸਿੱਖਾਂ ਦੇ ਬਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਹੈਗਾ। ਜਿਵੇਂ ਪਹਿਲਾਂ ਤੁਹਾਨੂੰ ਦੱਸਣ ਦੀ ਲੋੜ ਪੈਂਦੀ ਸੀਗੀ, ਹੁਣ ਅੱਜ ਕੱਲ੍ਹ ਲੋਕਾਂ ਨੂੰ ਆਪ ਹੀ ਪਤਾ ਲੱਗ ਰਿਹਾ ਹੈ। ਉਹਦੇ ਵਿੱਚ ਕਈ ਕਾਰਨ ਨੇ। ਇੱਕ ਤਾਂ 9/11 ਤੋਂ ਬਾਅਦ ਸਿੱਖਾਂ ਬਾਰੇ ਲੋਕਾਂ ਨੂੰ ਵੈਸੇ ਅਵੇਅਰਨੈਸ ਸ਼ੁਰੂ ਹੋ ਗਈ ਵੀ ਇਹ ਸਿੱਖ ਹੁੰਦੇ ਆ, ਇੱਕ ਹੋਰ ਕੌਮ ਹੈਗੀ ਆ, ਤੇ ਦੋਨਾਂ ਦੇ ਵਿੱਚ ਫਰਕ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਉਸ ਚੀਜ਼ ਨੂੰ ਪੜਚੋਲਣ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਪਤਾ ਲੱਗ ਰਿਹਾ ਹੈਗਾ। ਵੈਸੇ ਵੀ ਆਪਣੇ ਜਿਹੜੇ ਐਂਟਰਪ੍ਰੈਨਿਓਰਸ ਨੇ ਬੜੇ ਹਾਈ ਲੈਵਲਸ ਦੇ ਉੱਤੇ ਇੱਥੇ ਲੋਕਾਂ ਨੇ ਪਹੁੰਚ ਵੀ ਚੁੱਕੇ ਨੇ। ਜਿਵੇਂ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਸੀਗੇ ਮਨਮੋਹਨ ਸਿੰਘ ਹੋਣੀ, ਉਹਨਾਂ ਦਾ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਜਾਣਨਾ ਸੀਗਾ। ਉੱਥੋਂ ਵੀ ਲੋਕਾਂ ਨੂੰ ਕਾਫੀ ਇਸ ਚੀਜ਼ ਨਾਲ ਐਸੋਸੀਏਟ ਕਰ ਲੈਂਦੇ ਹੈਗੇ ਵੀ ਇਹ ਸਿੱਖ ਕੌਣ ਹਨ। ਪਰ ਡਾਕਟਰ ਸਾਹਿਬ ਕਿਤੇ ਨਾ ਕਿਤੇ ਸਿੱਖਾਂ 'ਤੇ ਅੱਜ ਵੀ ਨਸਲੀ ਹਮਲੇ ਹੋ ਰਹੇ ਨੇ, ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਬੱਚਿਆਂ ਦੀ ਗੱਲ ਕਰੀਏ ਤਾਂ ਸਕੂਲਾਂ ਵਿੱਚ ਅੱਜ ਵੀ ਬੱਚੇ ਬੁਲਿੰਗ ਦਾ ਸ਼ਿਕਾਰ ਹੋ ਰਹੇ ਨੇ, ਫਿਰ ਭਾਵੇਂ ਸਿੱਖ ਬੱਚਾ ਹੋਵੇ ਜਾਂ ਸਿੱਖ ਕੁੜੀ ਹੋਵੇ। ਕਿਉਂ? ਇਹਦਾ ਕੀ ਕਾਰਨ ਕੀ ਹੈ ਕਿ ਬੱਚਿਆਂ ਤੱਕ ਉਹ ਚੀਜ਼ ਅਵੇਅਰਨੈਸ ਨਹੀਂ ਪਹੁੰਚਾਈ ਜਾ ਰਹੀ, ਸਕੂਲ ਲੈਵਲ 'ਤੇ ਉਹ ਚੀਜ਼ ਨਹੀਂ ਹੋ ਰਹੀ? ਇਹ ਤੁਹਾਡੀ ਗੱਲ ਠੀਕ ਹੈ। ਇਹ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈਗੀ, ਖਾਸ ਕਰਕੇ ਜਿਨ੍ਹਾਂ ਨੇ ਕੇਸ ਰੱਖੇ ਹੋਏ ਨੇ। ਉਹ ਇੱਕ ਡਿਫਰੈਂਟ ਦੇਖ ਕਰਕੇ ਉਹ ਛੇਤੀ ਪਿਕ ਆਊਟ ਹੋ ਜਾਂਦੇ ਹੈਗੇ। ਬਿਲਕੁਲ। ਤੇ ਬੁਲਿੰਗ ਤਾਂ ਵੈਸੇ ਵੀ ਸਕੂਲਾਂ ਦੇ ਵਿੱਚ ਕਾਮਨ ਹੈਗੀ ਆ, ਲੇਕਿਨ ਇੱਕ ਜਿਹੜਾ ਬੱਚਾ ਜਿਹੜਾ ਥੋੜਾ ਡਿਫਰੈਂਟ ਲੱਗਦਾ ਹੋਊਗਾ ਉਹ ਹੋ ਸਕਦਾ ਉਹ ਜ਼ਿਆਦਾ ਪਿਕ ਹੁੰਦਾ ਵੀ ਹੈ। ਇਹ ਅਵੇਅਰਨੈਸ ਦੀ ਪ੍ਰੋਬਲਮ ਹੈਗੀ ਆ। ਇਹ ਈਵਨ ਸਾਡੇ ਇੱਥੇ ਗੁਰਦੁਆਰਾ ਪੈਲਾਟਾਈਨ ਦੇ ਵਿੱਚ ਵੀ ਅਸੀਂ ਕਾਫੀ ਜਿਹੜੇ ਹੈਗੇ ਨਾ ਮੈਂਬਰਸ ਨੇ, ਲੋਕ ਨੇ, ਉਹ ਆਮ ਤੌਰ 'ਤੇ ਸਕੂਲਾਂ ਦੇ ਵਿੱਚ ਜਾ ਕੇ ਅਵੇਅਰ ਕਰਦੇ ਹੈਗੇ। ਸੋ ਇੱਥੇ ਤੁਸੀਂ ਅਗਰ ਦੇਖੋ ਪੈਲਾਟਾਈਨ ਦੇ ਨੇੜੇ ਤੇੜੇ ਜਿਹੜੇ ਸਕੂਲਾਂ ਦੇ ਵਿੱਚ ਅਵੇਅਰਨੈਸ ਬਹੁਤ ਹੈਗੀ ਆ, ਕਿਉਂਕਿ ਸਾਡੇ ਜਿਹੜੇ ਕਮਿਊਨਿਟੀ ਦੇ ਮੈਂਬਰਸ ਜਾ ਕੇ ਉੱਥੇ ਬੱਚਿਆਂ ਨੂੰ ਐਜੂਕੇਟ ਕਰਦੇ ਹੈਗੇ ਆ, ਦਿਖਾਉਂਦੇ ਹੈਗੇ। ਕਈ ਥਾਵਾਂ 'ਤੇ ਮੈਂ ਵੀ ਦੇਖਿਆ ਵੀ ਉੱਥੇ ਜਾ ਕੇ ਕਲਾਸ ਦੇ ਵਿੱਚ, ਕਿਉਂਕਿ ਬੱਚਿਆਂ ਨੂੰ ਬੜੀ ਕਿਉਰਿਓਸਿਟੀ ਹੈ, ਜਿਹੜੇ ਇੱਥੇ ਛੋਟੇ ਬੱਚੇ ਨੇ ਵੀ ਇਹ ਸਿਰ ਦੇ ਉੱਤੇ ਕੀ ਹੈਗਾ, ਇਹਨਾਂ ਨੇ ਜਿਹੜਾ ਉਹਨੂੰ ਬੰਨ ਕਹਿੰਦੇ ਹੈਗੇ ਵੀ ਇਹ ਕੀ ਹੈਗਾ। ਪਤਾ ਉਹਨਾਂ ਨੂੰ ਹੈ ਵੀ ਕੇਸ ਨੇ, ਤਾਂ ਪਰ ਉਹ ਫਿਰ ਕੀ ਕਰਦੇ ਨਾ, ਬੱਚੇ ਜਦੋਂ ਨਵੀਂ ਕਲਾਸ 'ਤੇ ਜਾਂਦੇ ਕਿ ਮੈਂ ਦੇਖਿਆ ਕਿ ਪੇਰੈਂਟਸ ਜਾ ਕੇ ਉੱਥੇ ਇਸ ਕਲਾਸ ਦੇ ਵਿੱਚ ਉਹ ਡੈਮੋਨਸਟ੍ਰੇਟ ਕਰਦੇ ਕਿ ਵੀ ਇਹਦਾ ਮੈਂ ਹੁਣ ਪਟਕਾ ਲਾ ਕੇ ਤੁਹਾਨੂੰ ਇਹਦਾ ਕੇਸ ਦਿਖਾਉਂਦੇ ਹੈਗੇ ਆ। ਸੋ ਉਹਦੇ ਨਾਲ ਨਾ ਇਹ ਅਵੇਅਰਨੈਸ ਔਰ ਬੱਚਿਆਂ ਦੇ ਪਿਆਰ ਵੱਧਦਾ, ਉਹਨਾਂ ਦੀ ਅਵੇਅਰਨੈਸ ਵੱਧਦੀ ਹੈਗੀ ਆ, ਰਿਸਪੈਕਟ ਵੱਧਦੀ ਹੈਗੀ ਆ। ਸੋ ਇਹ ਇਸ ਤਰ੍ਹਾਂ ਦੇ ਉੱਦਮ ਨਾ ਜਿਹੜੇ ਆਮ ਹਰੇਕ ਕਮਿਊਨਿਟੀ ਦੇ, ਹਰੇਕ ਸ਼ਹਿਰ ਦੇ ਵਿੱਚ, ਹਰੇਕ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਅਗਰ ਹੋ ਜਾਣ ਤੇ ਬੱਚਿਆਂ ਦੀਆਂ ਥੋੜ੍ਹੀਆਂ ਪ੍ਰੋਬਲਮ ਸੋਲਵ ਹੋ ਸਕਦੀਆਂ ਇਹਦੇ ਨਾਲ। ਬਿਲਕੁਲ ਠੀਕ ਹੈ। ਜੇਕਰ ਪੰਜਾਬੀ ਭਾਸ਼ਾ 'ਤੇ ਆਵਾਂ, ਪੰਜਾਬੀ ਭਾਸ਼ਾ ਜੇਕਰ ਅਸੀਂ ਬ੍ਰਿਟਿਸ਼ ਕੋਲੰਬੀਆ ਵੱਲ ਜਾਂਦੇ ਹਾਂ, ਟੋਰਾਂਟੋ ਵੱਲ ਜਾਂਦੇ ਹਾਂ, ਉੱਥੇ ਏਅਰਪੋਰਟ 'ਤੇ ਵੀ ਸਾਇੰਸ ਲੱਗੇ ਹੋਏ ਨੇ ਪੰਜਾਬੀ ਦੇ, ਇੰਗਲਿਸ਼, ਫਰੈਂਚ ਔਰ ਪੰਜਾਬੀ ਦੇ ਸਾਇੰਸ ਲੱਗੇ ਹੋਏ ਨੇ। ਸ਼ਿਕਾਗੋ ਵਿੱਚ ਮੈਂ ਦੇਖਿਆ ਹੈਗਾ, ਸ਼ਾਇਦ ਤੁਸੀਂ ਵੀ ਜ਼ਰੂਰ ਦੇਖਿਆ ਹੋਏਗਾ, ਇੱਥੇ 4 ਸਾਇੰਸ ਲੱਗੇ ਹੋਏ ਨੇ। ਇੰਗਲਿਸ਼ ਵਿੱਚ ਲੱਗਿਆ, ਫਰੈਂਚ ਵਿੱਚ ਲੱਗਿਆ ਹੋਇਆ, ਹਿੰਦੀ ਵਿੱਚ ਲੱਗਿਆ ਹੋਇਆ ਤੇ ਉਰਦੂ ਵਿੱਚ ਲੱਗਿਆ ਹੋਇਆ। ਕੀ ਕੁਝ ਆਉਣ ਵਾਲੇ ਸਮੇਂ ਵਿੱਚ ਜਾਂ ਫਿਊਚਰ ਵਿੱਚ ਤੁਹਾਨੂੰ ਲੱਗਦਾ ਕਿ ਕੋਸ਼ਿਸ਼ ਐਸੀਆਂ ਹੋਣਗੀਆਂ ਕਿ ਉਹਨਾਂ ਸਾਇੰਸ ਵਿੱਚ ਪੰਜਾਬੀ ਦਾ ਵੀ ਸਾਇੰਸ ਸ਼ਾਮਿਲ ਹੋਵੇ? ਸਰਟਨਲੀ ਇਹ ਦੇਖੋ ਜੀ, ਇਹ ਮਿਹਨਤ ਕਰਨੀ ਪੈਂਦੀ ਹੈ ਹਰੇਕ ਚੀਜ਼ ਦੇ ਪਿੱਛੇ। ਤੇ ਕਿਉਂਕਿ ਹਿੰਦੀ ਲੈਂਗੁਏਜ ਐਕਸੈਪਟ ਹੋ ਗਈ ਹੈ। ਹਾਂਜੀ, ਹਿੰਦੀ ਦੇ ਵਿੱਚ ਤੁਹਾਨੂੰ ਬੈਲਟ ਵੀ ਹਿੰਦੀ 'ਚ ਮਿਲ ਜਾਂਦੇ, ਤੁਸੀਂ ਵੋਟ ਪਾਉਣ ਹਿੰਦੀ 'ਚ ਤੁਹਾਨੂੰ ਬੈਲਟ ਵੀ ਮਿਲ ਜਾਂਦੇ ਆ। ਮੈਨੂੰ ਲੱਗਦਾ ਨਾ ਵੀ ਗੁਰਮੁਖੀ ਜਾਂ ਪੰਜਾਬੀ ਦੇ ਵਿੱਚ ਬੈਲਟ ਜੇ ਐਸਟੈਬਲਿਸ਼ ਹੋਏ ਹੈਗੇ ਆ, ਪਰ ਇਹ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹ ਵਾਧਾ ਹੋ ਰਿਹਾ ਹੈਗਾ। ਅਪਰੋਚ ਕੀਤੀ ਜਾ ਰਹੀ ਹੈਗੀ ਆ ਲੋਕਲ ਜਿਹੜੀਆਂ ਹੈਗੇ ਆ ਗਵਰਨਮੈਂਟਸ ਨੂੰ ਵੀ, ਕਿਉਂਕਿ ਪੰਜਾਬੀ ਸਪੀਕਿੰਗ ਲੋਕਾਂ ਦੀ ਤਾਦਾਦ ਵੱਧ ਰਹੀ ਹੈਗੀ ਆ। ਸੋ ਉਹਨਾਂ ਦੀ ਲੋੜ ਵੀ ਹੈਗੀ ਆ। ਸੋ ਇਹ ਗਵਰਨਮੈਂਟਸ ਇੱਥੇ ਬੜੀਆਂ ਐਕਸੈਪਟਿੰਗ ਨੇ। ਇੱਥੇ ਜੇ ਤੁਸੀਂ ਥੋੜ੍ਹੀ ਜਿਹੀ ਅਪਰੋਚ ਕਰੋ ਉਹਨਾਂ ਨੂੰ ਤੇ ਵੀ ਸਾਨੂੰ ਇਸ ਚੀਜ਼ ਦੀ ਲੋੜ ਹੈਗੀ, ਦੇ ਆਰ ਵੈਰੀ ਅਕਾਮੋਡੇਟਿੰਗ। ਸੋ ਇਹਨਾਂ ਚੀਜ਼ਾਂ ਦੇ ਵਿੱਚ ਜੇ ਨਹੀਂ ਉੱਦਮ ਹੋਇਆ ਤਾਂ ਉੱਦਮ ਕਰ ਲੈਣਾ ਚਾਹੀਦਾ। ਬਿਲਕੁਲ। ਪਰ ਇੱਥੇ ਕਈ ਸਾਡੇ ਅਸੀਂ ਯੂਥ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਹਰ ਰੋਜ਼ ਕਿਤੇ ਨਾ ਕਿਤੇ ਇੰਟਰਵਿਊਜ਼ ਅਸੀਂ ਕਰਦੇ ਹਾਂ, ਤਾਂ ਯੂਥ ਦੀ ਇੱਕ ਸਭ ਤੋਂ ਵੱਡੀ ਜਿਹੜੀ ਹੁੰਦੀ ਹੈ ਸ਼ਿਕਾਇਤ ਹੁੰਦੀ ਹੈ ਕਿ ਅੱਜ ਪੰਜਾਬੀ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈਗਾ। ਅਸੀਂ ਪੰਜਾਬੀ ਜਿਹੜੇ ਹੈਗੇ ਆ ਆਪਸ 'ਚ ਟੰਗ ਬੜੀ ਇੱਕ ਦੂਜੇ ਨੂੰ ਖਿੱਚਦੇ ਹਾਂ, ਲੇਕਿਨ ਅਸੀਂ ਹੋਰ ਕਮਿਊਨਿਟੀਜ਼ ਦੀ ਜੇਕਰ ਗੱਲ ਕਰੀਏ ਤਾਂ ਹੋਰਨਾਂ ਕਮਿਊਨਿਟੀਜ਼ ਆਪਣੇ ਯੂਥ ਨੂੰ ਅੱਗੇ ਲਿਜਾਣ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕਰਦੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਸਹੀ ਹੈ?
ਇਹ ਜਿਹੜੀ ਮੈਂ ਇਹ ਨਹੀਂ ਕਹੂੰਗਾ ਵੀ ਪੰਜਾਬੀ ਦੀ ਟੰਗ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਪਰ ਇਹ ਜ਼ਰੂਰ ਹੈਗਾ ਵੀ ਮੈਂ ਥੋੜ੍ਹਾ ਜਿਹਾ ਇਸ ਤੋਂ ਅੱਗੇ ਆ ਜਾ, ਇਹ ਜ਼ਰੂਰ ਕੰਪੀਟੀਸ਼ਨ ਜ਼ਰੂਰ ਹੈਗਾ। ਤੇ ਜਿਹੜੀਆਂ ਲੱਤਾਂ ਖਿੱਚਣ ਦੀ ਗੱਲ ਹੈਗੀ ਉਹ ਇੱਕ ਇਨਸਾਨ ਦੀ ਤਕਰੀਬਨ ਹਿਊਮਨ ਨੇਚਰ ਹੈਗੀ ਆ। ਮੈਂ ਉਸ ਕੈਟੇਗਰੀ ਦੇ ਵਿੱਚ ਉਹਨੂੰ ਰੱਖੂੰਗਾ। ਉਹ ਇਹਦੇ ਵਿੱਚ ਮੈਂ ਆਪਣੀ ਸਿੱਖਾਂ ਨੂੰ ਜਾਂ ਕੋਈ ਖਾਸ ਇਹਦੇ ਵਿੱਚ ਨਹੀਂ ਵੀ ਉਹ ਜ਼ਿਆਦਾ ਕਰਦੇ ਹੈਗੇ, ਕਿਉਂਕਿ ਆਪਾਂ ਇਹਨਾਂ ਦੇ ਵਿਚਰਦੇ, ਇਸ ਕਰਕੇ ਲੱਗਦਾ ਸ਼ਾਇਦ ਆਪਾਂ ਨੂੰ ਜ਼ਿਆਦਾ ਹੈਗਾ। ਇਹ ਹਰੇਕ ਕਮਿਊਨਿਟੀ ਦੇ ਵਿੱਚ ਇਹ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ। ਪਰ ਜਿਹੜੀ ਪੰਜਾਬੀ ਦੀ ਗੱਲ ਤੁਸੀਂ ਕਰਦੇ ਹੈਗੇ ਹੋ, ਤੁਹਾਡਾ ਸਵਾਲ ਬੋਲ ਜੀ। ਮੈਂ ਬਿਲਕੁਲ ਇਹ ਕਹਿਣਾ ਸੀਗਾ ਕਿ ਕਿਤੇ ਨਾ ਕਿਤੇ ਅੱਜ ਪੰਜਾਬੀ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੈਗਾ। ਹਾਂਜੀ, ਸੌਰੀ ਮੈਂ ਥੋੜਾ ਸਵਾਲ ਅੱਛਾ ਨਹੀਂ, ਪੰਜਾਬੀ ਦੀ ਬਾਂਹ ਫੜਨ ਦੇ ਲਈ ਦੇਖੋ, ਜਿੱਥੇ ਤਾਂ ਲੋੜ ਹੈਗੀ ਉੱਥੇ ਤਾਂ ਫੜ ਲੈਂਦੇ ਹੈਗੇ ਆ। ਜਿੱਥੇ ਉਹਨੂੰ ਲੱਗਦਾ ਹੈਗਾ ਵੀ ਮੇਰਾ ਇਹਦੇ ਨਾਲ ਤਾਂ ਕੋਈ ਕੰਮ ਨਹੀਂ ਬਣਨਾ ਹੈਗਾ, ਮੇ ਬੀ ਉਹ ਜਿਹੜੀ ਪਰਸਨਲ ਜਿਹੜੀ ਹੈਗੀ ਨਾ ਉਹਨੂੰ ਅਪਰੋਚ ਜਿਹੜੀ ਹੈਗੀ ਉਹ ਡਿਫਰੈਂਟ ਹੋ ਸਕਦੀ ਹੈਗੀ। ਬਾਕੀ ਤੁਸੀਂ ਦੇਖੋ ਪਰਿਵਾਰਾਂ ਦੇ ਵਿੱਚ, ਲੋਕਾਂ ਦੇ ਵਿੱਚ ਇੱਕ ਦੂਸਰੇ ਦੀ ਮਦਦ ਕੀਤੀ ਜਾਂਦੀ ਹੈਗੀ ਆ। ਪਰ ਅੱਜ ਗੁਰਦੁਆਰਿਆਂ ਵਿੱਚ ਦੇਖਿਆ ਜਾਏ ਤਾਂ ਅੱਜ ਗੁਰਦੁਆਰਿਆਂ ਦੇ ਵਿੱਚ ਸਿਆਸਤ ਜਿਹੜੀ ਹੈ ਸਿਰ ਚੜ੍ਹ ਕੇ ਬੋਲ ਰਹੀ ਹੈ। ਕੁਰਸੀ ਦੀ ਜਿਹੜੀ ਭੁੱਖ ਹੈਗੀ ਹੈ, ਚੌਧਰਪੰਥੀ ਹੈਗੀ ਹੈ, ਇਹ ਕਿਉਂ ਦਿਨ ਬ ਦਿਨ ਵੱਧ ਰਹੀ ਹੈ? ਕਿਸ ਚੀਜ਼ ਦੀ ਪਾਵਰ ਲੋਕ ਲੈਣਾ ਚਾਹੁੰਦੇ ਨੇ? ਕਿਉਂਕਿ ਗੁਰੂ ਘਰ ਜਿਹੜਾ ਹੁੰਦਾ ਇੱਕ ਗੁਰਬਾਣੀ ਦਾ ਘਰ ਹੈਗਾ, ਗੁਰੂ ਦੀ ਜਿਹੜੀ ਗੱਲ ਹੈਗੀ ਹੈ ਉਹ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਹੈਗੀ ਹੈ। ਗੁਰਦੁਆਰਿਆਂ ਵਿੱਚ ਪਾਵਰ ਕਿਸ ਗੱਲ ਦੀ? ਇਹ ਬੜਾ ਇੰਟਰਸਟਿੰਗ ਸਵਾਲ ਹੈ ਜੀ, ਜੋ ਮੈਨੂੰ ਵੀ ਇੱਥੇ ਪੈਲੇਟਾਈਨ ਗੁਰਦੁਆਰੇ ਦੇ ਵਿੱਚ ਮੁੱਖ ਸੇਵਾਦਾਰੀ ਜਾਂ 4 ਸਾਲ ਮੈਂ ਟਰਸਟੀ ਦਾ ਉੱਥੇ ਕੰਮ ਕੀਤਾ ਹੈ ਜੀ। ਤੇ ਕਿਉਂਕਿ ਮੈਂ ਇੱਥੇ ਇੱਕ ਗੁਰਦੁਆਰੇ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਜਨਰਿਕ ਗੱਲ ਕਰ ਰਿਹਾ। ਨਹੀਂ, ਠੀਕ ਹੈ ਤੁਹਾਡੀ ਗੱਲ। ਮੈਂ ਤੁਹਾਨੂੰ ਪਰਸਨਲ ਐਕਸਪੀਰੀਅੰਸ ਦੀ ਗੱਲ ਦੱਸਦਾ ਨਾ ਜੀ। ਤੇ ਜਿਹੜੀ ਆਬਜ਼ਰਵੇਸ਼ਨਸ ਹੈਗੀਆਂ ਕੋਈ ਬਹੁਤ ਉਸ ਤੋਂ ਫਰਕ ਨਹੀਂ ਹੋਣਗੀਆਂ। ਸੋ ਇਹਦੇ ਵਿੱਚ ਜੋ ਮੈਂ ਦੇਖ ਰਿਹਾ ਹੈਗਾ, ਆਪਣੇ ਲੋਕਾਂ ਨੂੰ ਇੱਥੇ ਆ ਕੇ ਇੱਕ ਤਾਂ ਖੁਸ਼ਹਾਲੀ ਮਿਲ ਜਾਂਦੀ ਹੈਗੀ ਹੈ। ਜਦੋਂ ਬੰਦਾ ਖੁਸ਼ਹਾਲ ਹੋਵੇ ਨਾ, ਫਿਰ ਉਹ ਦੂਸਰੀਆਂ ਥਾਵਾਂ 'ਤੇ ਜਾ ਕੇ ਵੀ ਕੋਸ਼ਿਸ਼ ਕਰਦਾ ਵੀ ਮੈਂ ਇੱਥੇ ਸਟੈਬਲਿਸ਼ ਹੋਵਾਂ। ਇਹ ਜਿਹੜੇ ਗੁਰਦੁਆਰੇ, ਜਿਹੜੇ ਲੋਕਲ ਗੁਰਦੁਆਰੇ ਨੇ, ਉਹ ਇੱਕ ਬੜੀ ਕਾਮਨ ਜਗ੍ਹਾ ਹੈਗੀ ਹੈ ਜਿੱਥੇ ਜਾ ਕੇ ਤੁਸੀਂ 10 ਬੰਦਿਆਂ ਨੂੰ ਜਾਣਦੇ ਹੋ ਤੇ 20 ਬੰਦਿਆਂ ਤੁਸੀਂ ਜਾ ਕੇ ਗੱਲ ਕਰ ਸਕਦੇ ਹੈਗੇ ਜੀ। ਤੇ ਜਿੱਥੇ ਤੁਹਾਨੂੰ ਥੋੜ੍ਹੀ ਜਿਹੀ ਪ੍ਰੋਮੀਨੈਂਸ ਮਿਲ ਜਾਂਦੀ ਹੈ, ਉਹ ਫਿਰ ਉੱਥੇ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਮੈਂ ਅੱਗੇ ਆਵਾਂ, ਮੈਂ ਲੋਕਾਂ ਦੇ ਹੋਰ ਵੀ ਅੱਗੇ ਲੱਗਾ, ਹੈ ਨਾ। ਤੇ ਜਿਹੜੀ ਸੈਲਫ ਅਪਰੀਸੀਏਸ਼ਨ ਹੈਗੀ ਹੈ ਜਾਂ ਆਪਣੀ ਖੁਸ਼ਾਮਦੀਦ ਕਰਾਉਣ ਦਾ, ਉਹ ਇੱਕ ਤਰ੍ਹਾਂ ਦਾ ਹਰੇਕ ਬੰਦੇ ਦੀ ਇੱਕ ਇਹ ਥੋੜ੍ਹੀ ਮਤਲਬ ਹੁੰਦੀ ਹੈਗੀ ਆ, ਕੋਸ਼ਿਸ਼ ਮੇਰੀ ਹੋ ਜਾਏ, ਹੈ ਨਾ। ਸੋ ਉਹ ਇੱਕ ਤਰੀਕਾ ਹੈ, ਕਿਉਂਕਿ ਆਪਾਂ ਜਦੋਂ ਪੰਜਾਬ 'ਚ ਆਉਂਦੇ ਹੈਗੇ, ਉੱਥੇ ਆਪਣੀ ਪਰਿਵਾਰਾਂ 'ਚ ਬੈਠੇ ਹੁੰਦੇ, ਯਾਰਾਂ ਦੋਸਤਾਂ 'ਚ ਬੈਠੇ ਹੁੰਦੇ ਆ, ਗੁਰਦੁਆਰਿਆਂ ਵੱਲ ਬਹੁਤ ਘੱਟ ਧਿਆਨ ਹੁੰਦਾ। ਇੱਥੇ ਇੱਕ ਗੁਰਦੁਆਰਾ ਇੱਕ ਐਸੀ ਜਗ੍ਹਾ ਜਿੱਥੇ ਸਾਰੀ ਕਮਿਊਨਿਟੀ ਇਕੱਠੀ ਹੋ ਕੇ ਬੈਠਦੇ ਹੈਗੇ ਆ। ਹਰੇਕ ਯਾਰ ਦੋਸਤ, ਚੱਲ ਆਪਾਂ ਗੁਰਦੁਆਰੇ ਚੱਲ ਕੇ ਉੱਥੇ ਮਿਲਦੇ ਹਾਂ, ਉੱਥੇ ਗੱਲ ਕਰਦੇ ਹੈਗੇ, ਹੈ ਨਾ। ਸੋ ਇੱਕੋ ਜਗ੍ਹਾ, ਇੱਕੋ ਕੇਂਦਰ ਬਣ ਗਿਆ ਹੈਗਾ। ਬਿਸਾਈਡਸ ਕੇ ਵੀ ਉੱਥੇ ਜਿਹੜੀ ਸਿੱਖੀ ਨੂੰ ਸਿੱਖਣ ਦਾ ਇੱਕ ਜ਼ਰੀਆ ਉਹ ਵੀ ਹੈਗਾ। ਸਿੱਖੀ ਨੂੰ ਸਿੱਖਣਾ ਜ਼ਰੂਰੀ ਹੈਗਾ, ਉੱਥੇ ਜਾਣਾ। ਇਸ ਕਰਕੇ ਉਹ ਉੱਥੇ ਤੁਹਾਨੂੰ ਮਿਲ ਸਕਦੀ ਹੈ ਅਗਰ ਤੁਸੀਂ ਸਿੱਖਣ ਜਾਓ ਜੀ। ਜੇ ਯਾਰਾਂ ਦੋਸਤਾਂ ਨੂੰ ਮਿਲਣਾ ਤਾਂ ਉਹ ਤੁਹਾਡੇ ਕੋਲ ਉਹ ਵੀ ਜਗ੍ਹਾ ਹੈਗੀ ਆ। ਸੋ ਉਹ ਫਿਰ ਜਦੋਂ ਇਕੱਠੇ ਹੋ ਜਾਈਦਾ, ਯਾਰ ਦੋਸਤ ਇਕੱਠੇ ਹੋ ਜਾਂਦੇ, ਫਿਰ ਉਸ 'ਤੇ ਕੋਈ ਸਕੀਮਾਂ ਬਣਨ ਲੱਗ ਜਾਂਦੀਆਂ। ਉਹ ਫਿਰ ਪੋਲੀਟਿਕਸ ਸ਼ੁਰੂ ਹੋ ਜਾਂਦੀ ਹੈ ਵੀ ਉਹ ਬੰਦਾ ਚੰਗਾ, ਉਹ ਬੰਦਾ ਮਾੜਾ, ਉਹਨੂੰ ਅੱਗੇ ਲੈ ਕੇ ਉਹਨੂੰ ਪਿੱਛੇ ਕਰੀਏ, ਉਹ ਸਾਡਾ ਬੰਦਾ, ਉਹ ਉਹਨਾਂ ਦਾ ਬੰਦਾ। ਉਹ ਇਹ ਕੰਮ ਹੋ ਜਾਂਦੇ ਆ, ਪੁਆਇੰਟ ਆਊਟ ਕਰਨਾ ਸ਼ੁਰੂ ਕਰ ਦਿੰਦੇ ਆ। ਉਹਦੇ ਫਿਰ ਲੜਾਈਆਂ ਝਗੜੇ ਵੀ ਹੁੰਦੇ ਹੈਗੇ, ਕਿਉਂਕਿ ਇਹ ਮੇਰੀ ਪਾਰਟੀ ਆ, ਇਹ ਮੇਰੀ। ਗੁਰਦੁਆਰੇ ਤਾਂ ਆਪਾਂ ਸਿੱਖਣ ਜਾਂਦੇ ਕਿ ਵੀ ਸਾਰੇ ਇੱਕ ਆ, ਸਾਰੇ ਇੱਕ ਗੁਰੂ ਦੇ ਅੱਗੇ ਆਪਾਂ ਜਾ ਕੇ ਮੱਥਾ ਟੇਕਦੇ, ਸਾਰੇ ਗੁਰ ਭਾਈ ਗੁਰ ਭੈਣਾਂ ਹਾਂ, ਤੇ ਸਾਰਿਆਂ 'ਚ ਪਿਆਰ ਹੋਣਾ ਚਾਹੀਦਾ, ਸਾਰਿਆਂ 'ਚ ਇਤਫਾਕ ਹੋਣਾ ਚਾਹੀਦਾ। ਪਰ ਉੱਥੇ ਜਾ ਕੇ ਜਦੋਂ ਆਪਾਂ ਦੂਸਰੀਆਂ ਗੱਲਾਂ ਸੋਚਣੀਆਂ ਸ਼ੁਰੂ ਕਰ ਦਿੰਦੇ ਹਾਂ ਵੀ ਮੈਨੂੰ ਪ੍ਰੋਮੀਨੈਂਸ ਮਿਲ ਜਾਏ ਥੋੜ੍ਹੀ ਜਿਹੀ, ਫਿਰ ਦੂਸਰੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ। ਤੁਹਾਨੂੰ ਲੱਗਦਾ ਕਿ ਇਹੀ ਇੱਕ ਵੱਡਾ ਇੱਕ ਮੇਜਰ ਕਾਰਨ ਹੈ, ਕਿਉਂਕਿ ਸਾਡਾ ਜਿਹੜਾ ਯੂਥ ਹੈਗਾ ਉਹ ਗੁਰਦੁਆਰਿਆਂ ਵਿੱਚ ਐਜ਼ ਅ ਵਲੰਟੀਅਰ ਤਾਂ ਸੇਵਾ ਕਰਨ ਨੂੰ ਤਿਆਰ ਹੈ, ਲੇਕਿਨ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰਦੁਆਰੇ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲਓ, ਯਾਨੀ ਕਿ ਤੁਸੀਂ ਪ੍ਰਧਾਨ ਬਣੋ, ਤੁਸੀਂ ਸਕੱਤਰ ਬਣੋ, ਇੱਕ ਤਾਂ ਜਿਹੜੇ ਸਾਡੇ ਬੈਠੇ ਨੇ ਗੁਰਦੁਆਰੇ ਵਿੱਚ ਉਹ ਇੱਕ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ, ਦੂਜਾ ਜਿਹੜਾ ਯੂਥ ਹੈ ਉਹ ਵੀ ਆਉਣ ਲਈ ਤਿਆਰ ਨਹੀਂ, ਕਿਉਂਕਿ ਉਹਨੂੰ ਪਤਾ ਕਿ ਜੇ ਮੈਂ ਆਵਾਂਗਾ ਕਿਤੇ ਨਾ ਕਿਤੇ ਮੈਨੂੰ ਵੀ ਸਿਆਸਤ ਦਾ ਸ਼ਿਕਾਰ ਹੋਣਾ ਪਏਗਾ, ਮੇਰੇ 'ਤੇ ਵੀ ਹੋ ਸਕਦਾ ਕਿ ਉਂਗਲਾਂ ਚੁੱਕਣਗੇ ਲੋਕ, ਮੇਰੇ 'ਤੇ ਵੀ ਜਿਹੜੀ ਦੂਸ਼ਣਬਾਜ਼ੀ ਹੋਏਗੀ, ਮੇਰੇ 'ਤੇ ਵੀ ਸਿਆਸਤ ਖੇਡੀ ਜਾਏਗੀ, ਔਰ ਮੈਂ ਤਾਂ ਹਾਲੇ ਆਪਣਾ ਪੂਰੀ ਜ਼ਿੰਦਗੀ ਪਈ ਹੈ ਮੇਰੇ ਸਾਹਮਣੇ, ਮੈਂ ਸਿਆਸਤ ਦਾ ਸ਼ਿਕਾਰ ਨਹੀਂ ਹੋਣਾ। ਇਸ ਕਰਕੇ ਮੈਂ ਗੁਰਦੁਆਰੇ ਵਿੱਚ ਐਜ਼ ਅ ਵਲੰਟੀਅਰ ਤਾਂ ਆ ਜਾਵਾਂਗਾ, ਲੇਕਿਨ ਸੇਵਾ ਨਹੀਂ ਸੰਭਾਲ ਸਕਦਾ ਮੈਂ। ਇਹ ਬਿਲਕੁਲ ਠੀਕ ਕਿਹਾ ਤੁਸੀਂ, ਔਰ ਮੈਂ ਇਹ ਚੀਜ਼ਾਂ ਮੈਂ ਦੇਖੀਆਂ, ਆਪਣੇ ਐਕਸਪੀਰੀਅੰਸ ਦੇ ਵਿੱਚ ਦੇਖੀਆਂ ਗਈਆਂ ਚੀਜ਼ਾਂ। ਉਹਦੇ ਦੋ ਕਾਰਨ ਨੇ। ਇੱਕ ਤਾਂ ਇਹ ਹੈ ਕਿ ਵੀ ਜਿਹੜੇ ਇੱਥੋਂ ਦੇ ਬੱਚੇ ਨੇ ਨਾ, ਉਹ ਬੜੇ ਸਿੰਸੀਅਰਲੀ ਅਤੇ ਇਫੈਕਟਿਵਲੀ ਔਰ ਐਫੀਸ਼ੀਐਂਟਲੀ ਕੰਮ ਕਰਨਾ ਚਾਹੁੰਦੇ ਹੈਗੇ ਜੀ। ਦੂਸਰੀ ਉਹਨਾਂ ਦੀ ਲਿਮਿਟੇਸ਼ਨ ਇਹ ਹੈਗੀ ਆ ਵੀ ਉਹ ਬੱਚੇ ਜਿਹੜੇ ਹੈਗੇ ਆ ਜਾਂ ਤਾਂ ਕਾਲਜ ਜਾ ਰਹੇ ਹੁੰਦੇ ਆ, ਜਾਂ ਉਹਨੇ ਨਵੀਂ ਜੌਬ ਲਈ ਹੁੰਦੀ ਆ, ਜਾਂ ਨਵੀਂ ਉਹਨਾਂ ਦੇ ਫੈਮਿਲੀ ਇਸਟੈਬਲਿਸ਼ ਹੋ ਰਹੀ ਹੁੰਦੀ ਆ। ਜੋ ਉਸ ਤੋਂ ਗਾਂਹ ਹੁੰਦੇ ਥੋੜ੍ਹੇ, ਉਹਨਾਂ ਦੇ 8-10 ਸਾਲ ਦੇ ਬੱਚੇ ਹੁੰਦੇ ਜਾਂ ਸਕੂਲਾਂ ਜਾ ਰਹੇ ਹੁੰਦੇ, ਉਹਨਾਂ ਕੋਲੇ ਪਰਿਵਾਰ ਤੋਂ ਬਾਹਰ ਸਮਾਂ ਘੱਟ ਹੁੰਦਾ। ਇਸ ਕਰਕੇ ਉਹ ਸਮਾਂ ਉਹਨਾਂ ਕੀ ਦੇ ਸਕਦੇ ਜਿੰਨਾ ਕੁ ਉਹ ਉਹਨਾਂ ਕੋਲ ਵੱਧ ਹੋ, ਕਿਉਂਕਿ ਅਸੀਂ ਵੀ ਬੜੀ ਕੋਸ਼ਿਸ਼ ਕਰਦੇ ਹੈਗੇ ਹਾਂ ਵੀ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ। ਦੈਨ ਮੈਂ ਉਹਨਾਂ ਦੀ ਲਿਮਿਟੇਸ਼ਨ ਇਹ ਦੇਖੀ ਕਿ ਉਹ
ਆਪਣੀ ਜਿਹੜਾ ਆਪਣਾ ਫੈਮਿਲੀ ਜੀਵਨ ਆ ਨਾ ਉਹਦੇ ਵਿੱਚ ਉਹਨਾਂ ਕੋਲੇ ਸਮਾਂ ਹੀ ਨਹੀਂ ਇੰਨਾ ਮਿਲਦਾ ਹੈਗਾ। ਇੱਥੇ ਬੱਚਿਆਂ ਨੂੰ ਤੁਸੀਂ ਦੇਖੋ, ਸਵੇਰੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ, ਫਿਰ ਲੈ ਕੇ ਆਉਣਾ, ਫਿਰ ਉਹਨਾਂ ਦੀ ਹੋਮਵਰਕ ਕਰਾਉਣੇ ਹੈਗੇ, ਉਹ ਸਾਰਾ ਸਮਾਂ ਜਿਹੜਾ ਪੇਰੈਂਟਸ ਦਾ ਉਹ ਬੱਚਿਆਂ ਦੇ ਨਾਲ ਨਿਕਲ ਜਾਂਦਾ ਹੈਗਾ। ਔਰ ਫਿਰ ਐਂਡ 'ਚ ਹਾਲੇ ਇਹੀ ਨਿਕਲਦਾ ਕਿ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਦੇ ਹੱਥਾਂ 'ਚ ਹੀ ਸੇਵਾ ਸੰਭਾਲ ਰਹੇ। ਉਹ ਦੇਖੋ ਜੀ, ਜਿਹੜੇ ਬਜ਼ੁਰਗ, ਮਾੜੀ ਗੱਲ ਨਹੀਂ ਹੈ ਬਜ਼ੁਰਗ ਸੇਵਾ ਸੰਭਾਲ ਕਰਨ, ਪਰ ਜੇ ਬੰਦਾ ਇਸ ਨਿਸ਼ਠਾ ਦੇ ਨਾਲ ਆਵੇ, ਮੈਂ ਗੁਰੂ ਦੇ ਇਸ ਸਥਾਨ ਤੇ ਆਇਆ, ਜਿਹੜੀ ਮੈਂ ਕੰਮ ਕਰਨਾ ਮੈਂ ਗੁਰੂ ਦੀ ਸਿੱਖਿਆ ਦੇ ਅਨੁਸਾਰ ਕਰਾਂ, ਫਿਰ ਕੋਈ ਝਗੜਾ ਨਹੀਂ ਹੈ। ਜਦੋਂ ਆਪਾਂ ਦੂਜਾ ਹੋ ਜਾਂਦਾ, ਆ ਮੇਰਾ ਹੋ ਜਾਂਦਾ, ਉੱਥੇ ਫਿਰ ਝਗੜੇ ਹੁੰਦੇ ਹੈਗੇ ਆ। ਜੇ ਮੈਂ ਸਾਰਿਆਂ ਨੂੰ ਕਹਾਂ ਸਾਰੇ ਮੇਰੇ ਤੁਸੀਂ ਹੋ, ਤੇ ਕਿਵੇਂ ਝਗੜਾ ਹੋ ਸਕਦਾ? ਇਹ ਚੀਜ਼ਾਂ ਆਪਣੇ ਆਪ ਸਮਝਣ ਦੀ ਲੋੜ ਹੁੰਦੀ ਹੈਗੀ। ਤੁਹਾਨੂੰ ਲੱਗਦਾ ਕਿ ਗੁਰਦੁਆਰੇ ਸਾਹਿਬਾਨਾਂ ਵਿੱਚ ਜੇਕਰ ਇਲੈਕਸ਼ਨ ਦੀ ਥਾਂ ਸਿਲੈਕਸ਼ਨ ਹੋਵੇ ਤਾਂ ਇਹ ਝਗੜੇ ਸਾਰੇ ਮਿਟ ਜਾਣਗੇ? ਬਿਲਕੁਲ 100% ਮੈਂ ਟੋਟਲੀ ਇਸ ਚੀਜ਼ ਨੂੰ ਬਿਲੀਵ ਕਰਦਾ ਹੈਗਾ, ਕਿਉਂਕਿ ਮੈਂ ਇਸ ਚੀਜ਼ ਦੇ ਵਿੱਚ ਮੈਂ ਐਕਸਪੀਰੀਅੰਸ ਕੀਤਾ ਹੈਗਾ। ਸਿਲੈਕਸ਼ਨ ਦੇ ਨਾਲ ਜਿੰਨਾ ਚਿਰ ਸਾਡਾ ਇਸ ਗੁਰਦੁਆਰੇ ਸਾਹਿਬ, ਮੈਂ ਹੁਣ ਪਰਟੀਕੂਲਰ ਇਸ ਗੁਰਦੁਆਰੇ ਦੀ ਵੀ ਗੱਲ ਕਰ ਸਕਦਾ ਕਿਉਂਕਿ ਮੈਨੂੰ ਮੁੱਖ ਸੇਵਾਦਾਰੀ ਕੀਤੀ, ਸਾਡੇ ਮਾਹੌਲ ਕਾਫੀ ਠੀਕ ਹੋ ਗਿਆ ਸੀਗਾ। ਉਸ ਤੋਂ ਬਾਅਦ ਇਲੈਕਸ਼ਨਸ ਸ਼ੁਰੂ ਹੋ ਗਈਆਂ। ਦੇਖੋ, ਇਲੈਕਸ਼ਨਸ ਦੀ ਮਾੜੀ ਚੀਜ਼ ਨਹੀਂ ਹੈ। ਜੇ ਇਲੈਕਸ਼ਨਸ ਦੇ ਨਾਲ ਤੁਸੀਂ ਲੈ ਕੇ ਆਉਣਾ ਵੀ ਬਹੁਮਤ ਨਾਲ ਜੀ ਅਸੀਂ ਇੰਨੇ ਬੰਦੇ ਲੈ ਕੇ ਆਏ ਹੈਗੇ ਨਾ, ਪਰ ਉਹ ਆ ਕੇ ਜਦੋਂ ਆਪਾਂ ਕਹਿੰਦੇ ਵੀ ਦੇਖੋ ਸਾਡੀ ਪਾਰਟੀ ਜਿੱਤ ਗਈ, ਤੁਹਾਡੀ ਪਾਰਟੀ ਹਾਰ ਗਈ, ਉਹ ਫਿਰ ਇੱਕ ਬਹੁਤ ਵੱਡੀ ਡਿਸਟਿੰਕਸ਼ਨ ਵੀ ਧੜੇਬਾਜ਼ੀ ਉੱਥੇ ਸ਼ੁਰੂ ਹੋ ਜਾਂਦੀ ਹੈ। ਧੜੇਬਾਜ਼ੀ ਸ਼ੁਰੂ ਹੁੰਦੀ ਕਿਉਂਕਿ ਤੁਸੀਂ ਫਿਰ ਆਪਣੇ ਧੜੇ ਨੂੰ ਜਦੋਂ ਸਪੋਰਟ ਕੀਤਾ ਤਾਂ ਹੀ ਤੁਸੀਂ ਜਿੱਤੇ ਹੋ ਨਾ। ਬਿਲਕੁਲ। ਤੇ ਦੂਸਰੇ ਧੜੇ ਭਾਵੇਂ ਬੰਦੇ ਉਹ ਚੰਗੇ ਨੇ ਜਾਂ ਜਿਸ ਤਰ੍ਹਾਂ ਦੇ ਵੀ ਨੇ, ਪਰ ਠੀਕ ਆ, ਜਿਹੜੇ ਧੜੇ ਨੂੰ ਸੇਵਾ ਦਾ ਮੌਕਾ ਮਿਲਿਆ, ਸਾਰਿਆਂ ਨੂੰ ਰਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈਗਾ। ਜਿੱਥੇ ਉਹ ਗਲਤ ਨੇ ਉਹਨਾਂ ਨੂੰ ਗਲਤ ਕਹੋ, ਜਿੱਥੇ ਉਹ ਠੀਕ ਨੇ ਉਹਨਾਂ ਨਾਲ ਪੂਰਾ ਲੱਗ ਕੇ ਕਰੋ। ਸੋ ਇਹ ਚੀਜ਼ਾਂ ਆਪਾਂ ਨੂੰ ਆਪ ਸਮਝਣੀਆਂ ਪੈਣਗੀਆਂ। ਆਪਾਂ ਇਹ ਨਹੀਂ ਦੇਖਣਾ ਹੈਗਾ ਵੀ ਦੂਜਾ ਧੜਾ ਗੁਰਦੇ ਦੇ ਕਾਬਜ ਹੈਗਾ ਜੀ, ਮੈਂ ਤਾਂ ਹੁਣ ਇਹਨਾਂ ਦੀ ਮੁਖਾਲਫਤ ਹੀ ਕਰਨੀ ਹੈਗੀ। ਉਹ ਚੀਜ਼ਾਂ ਠੀਕ ਨਹੀਂ ਗੀਆਂ। ਆਪਾਂ ਨੂੰ ਗੁਰਦੁਆਰੇ ਦੇ ਵਿੱਚ ਇੱਕ ਸਾਂਝੀ ਜਗ੍ਹਾ ਹੈਗੀ ਜਿੱਥੇ ਕਿ ਆਪਾਂ ਨੂੰ ਸਾਰੇ ਫਾਇਦਾ ਲੈਣ ਜਾਂਦੇ ਹੈਗੇ। ਕਿਸੇ ਦੀ ਕੋਈ ਨਿੱਜੀ ਪ੍ਰਾਪਰਟੀ ਨਹੀਂ ਹੈ। ਉਹ ਆਪਾਂ ਨੂੰ ਸਾਰਿਆਂ ਨੂੰ ਲੋੜ ਹੈਗੀ, ਪਰ ਰਲ ਮਿਲ ਕੇ ਉਸ ਚੀਜ਼ ਦਾ, ਇੱਕ ਤਾਂ ਗੁਰੂ ਦੀ ਗੱਲ ਸੁਣਨੀ ਜ਼ਰੂਰੀ ਹੈ, ਗੁਰੂ ਦੀ ਗੱਲ ਸੁਣ ਕੇ ਆਪਣਾ ਜੀਵਨ ਬਦਲੀਏ। ਬਾਕੀ ਜਿਹੜੇ ਗੁਰਦੁਆਰੇ ਇਸਟੈਬਲਿਸ਼ ਹੋ ਚੁੱਕੇ ਆ ਉਹਨਾਂ ਦੀ ਦੇਖਭਾਲ ਜ਼ਰੂਰੀ ਹੈਗੀ ਆ। ਉਹ ਦੇਖਭਾਲ ਰਲ ਮਿਲ ਕੇ ਹੋ ਸਕਦੀ ਹੈਗੀ ਆ, ਧੜੇਬਾਜ਼ੀ ਨਾਲ ਮੁਸ਼ਕਲ ਹੋ ਜਾਂਦਾ। ਇੱਕ ਆਖਰੀ ਸਵਾਲ ਤੁਹਾਡੇ ਤੋਂ ਮੈਂ ਜ਼ਰੂਰ ਕਰਨਾ ਚਾਹਾਂਗਾ। ਤੁਸੀਂ ਅਗਰ ਅਮਰੀਕਾ ਦੇ ਵਿੱਚ ਦੇਖਦੇ ਹਾਂ, ਅਮਰੀਕਾ ਵਿੱਚ ਬਹੁਤ ਸਾਰੀਆਂ ਗਿਰਜਾ ਘਰ, ਚਰਚ ਐਸੀਆਂ ਨੇ ਜੋ ਲਗਾਤਾਰ ਵਿਕਣ ਦੀ ਕਗਾਰ 'ਤੇ ਆ ਚੁੱਕੀਆਂ ਨੇ ਜਾਂ ਵਿਕ ਵੀ ਰਹੀਆਂ ਨੇ, ਔਰ ਗੁਰਦੁਆਰੇ ਸਾਹਿਬਾਨਾਂ ਵਿੱਚ ਤਬਦੀਲ ਵੀ ਹੋਈਆਂ ਨੇ ਕਿਉਂਕਿ ਸਿੱਖਾਂ ਨੇ ਉਹਨਾਂ ਗਿਰਜਾ ਘਰਾਂ ਨੂੰ ਖਰੀਦਿਆ ਅਤੇ ਉੱਥੇ ਗੁਰਦੁਆਰੇ ਬਣੇ ਨੇ। ਅੱਜ ਗਿਰਜਾ ਘਰ ਕਿਉਂ ਵਿਕ ਰਹੇ ਨੇ? ਉਹਦਾ ਇੱਕ ਸੋਲਿਡ ਰੀਜ਼ਨ, ਮੁੱਖ ਰੀਜ਼ਨ ਇਹ ਹੈ ਕਿਉਂਕਿ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਤੁਹਾਨੂੰ ਲੱਗਦਾ ਨਹੀਂ ਕਿ ਅੱਜ ਜੇਕਰ ਯੂਥ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਹੀਂ ਕਰੇਗਾ ਤਾਂ ਆਉਣ ਵਾਲੇ 30-35 ਸਾਲਾਂ ਵਿੱਚ ਜਿਹੜੇ ਗੁਰੂ ਘਰ ਖੜ੍ਹੇ ਨੇ, ਸਾਡੀ ਸਿਆਸਤ ਦਾ ਜਿਹੜਾ ਮੁੱਢ ਹੈਗੇ ਨੇ, ਜਾਂ ਸਾਡੀ ਗੁਰਮੁਖੀ ਦਾ ਜਿਹੜਾ ਮੁੱਢ ਨੇ ਗੁਰਦੁਆਰਾ ਸਾਹਿਬ, ਉਹਨਾਂ ਦੀ ਸੇਵਾ ਸੰਭਾਲ ਕੌਣ ਕਰੇਗਾ? ਜੇਕਰ ਅੱਜ ਯੂਥ ਅੱਗੇ ਨਹੀਂ ਆਏਗਾ ਤਾਂ ਕੀ 35 ਸਾਲਾਂ ਬਾਅਦ, 40 ਸਾਲਾਂ ਬਾਅਦ ਉਹ ਵੀ ਗੁਰਦੁਆਰੇ ਵਿਕਣ ਦੀ ਕਗਾਰ 'ਤੇ ਹੋਣਗੇ ਕਿਉਂਕਿ ਸੇਵਾ ਸੰਭਾਲ ਕੋਈ ਨਹੀਂ ਕਰੇਗਾ? ਇਹ ਕਾਫੀ ਇੱਕ ਮਤਲਬ ਜਿਹੜਾ ਹੈਗਾ ਨਾ, ਇਹ ਵਿਸ਼ਾ ਬਹੁਤ ਇੰਪੋਰਟੈਂਟ ਹੈ ਜਿਹੜਾ ਤੁਸੀਂ ਹੁਣ ਲੈ ਕੇ ਆਏ ਹੋ। ਔਰ ਇਹ ਬਹੁਤ ਇੱਕ ਜਿਵੇਂ ਸਿੱਖਾਂ ਦੇ ਵਿੱਚ ਗੁਰਦੁਆਰਿਆਂ ਦੇ ਨਾਲ ਸੰਬੰਧ, ਬੱਚੇ ਜਿਹੜੇ ਆਉਣ ਵਾਲੀ ਜਿਹੜੀ ਯੂਥ ਹੈਗਾ, ਉਹਨਾਂ ਨੂੰ, ਬੱਚਿਆਂ ਨੂੰ ਗੁਰਦੁਆਰੇ ਦੇ ਨਾਲ ਕਿਵੇਂ ਜੋੜਨਾ ਤਾਂ ਕਿ ਉਹਨਾਂ ਦੇ ਆਪਣੇ ਤੋਂ ਬਾਅਦ, ਸਾਡੇ ਤੋਂ ਬਾਅਦ ਉਸ ਚੀਜ਼ ਨੂੰ ਅੱਗੇ ਕੈਰੀ ਔਨ ਕਰ ਸਕਣ। ਇਹ ਚੀਜ਼ ਜ਼ਰੂਰੀ ਹੈਗੀ ਹੈ। ਔਰ ਉਹਦੇ ਵਿੱਚ ਜਿਹੜੇ ਤੁਸੀਂ ਝਗੜਿਆਂ ਦੀ ਗੱਲ ਕੀਤੀ ਹੈ ਨਾ, ਇੱਕ ਝਗੜਾ ਇੱਕ ਬਹੁਤ ਵੱਡੀ ਚੀਜ਼ ਹੈਗੀ ਜਿਹਦੇ ਕਰਕੇ ਬੱਚੇ ਜਿਹੜੇ ਹੈਗੇ ਪਿੱਛੇ ਹਟ ਜਾਂਦੇ ਹੈਗੇ ਆ। ਇਹ ਅੰਕਲ ਜੀ ਇਹ ਤਾਂ ਸਾਰਾ ਦਿਨ ਰੌਲਾ ਪਾਉਂਦੇ ਰਹਿੰਦੇ, ਇਹ ਅੰਕਲ ਦੂਜੇ ਨਾਲ ਲੜਦੇ ਰਹਿੰਦੇ ਹੈਗੇ। ਸੋ ਇਸ ਤਰ੍ਹਾਂ ਦੀ ਫਿਰ ਜਿਹੜੇ ਨਾ ਬੱਚੇ ਡਿਸਕਰੇਜ ਹੁੰਦੇ ਇਹਦੇ ਵਿੱਚ। ਬਿਲਕੁਲ। ਪਰ ਉਹ ਜਿਹੜੀ ਇਸ ਚੀਜ਼ ਨੂੰ ਅੱਗੇ ਕੈਰੀ ਔਨ ਕਿਵੇਂ ਕਰਨਾ ਹੈਗਾ, ਉਹ ਤੁਹਾਡੀ ਗੱਲ ਬਹੁਤ ਇਹ ਬੜੀ ਇੰਪੋਰਟੈਂਟ ਹੈਗੀ। ਔਰ ਸਾਰੇ ਜਿੰਨੀ ਵੀ ਆਪਣੀ ਸਾਰੀ ਕਮਿਊਨਿਟੀ ਨੂੰ ਸੋਚਣ ਦੀ ਲੋੜ ਹੈ ਕਿ ਵੀ ਇਸ ਚੀਜ਼ ਨੂੰ ਆਪਾਂ ਅੱਗੇ ਕਿਵੇਂ ਲੈ ਕੇ ਜਾਣਾ ਹੈਗਾ। ਉਸ ਚੀਜ਼ 'ਤੇ ਪਲੈਨਿੰਗ ਹੋਣੀ ਚਾਹੀਦੀ ਹੈਗੀ, ਔਰ ਕਰ ਵੀ ਸਕਦੇ ਹਾਂ, ਕੋਈ ਏਡੀ ਵੱਡੀ ਗੱਲ ਨਹੀਂ। ਪਰ ਇਹ ਜ਼ਰੂਰ ਹੈ ਕਿ ਬੱਚੇ ਗੁਰਦੁਆਰੇ ਆਉਣ ਤੋਂ, ਕਿਉਂਕਿ ਉਹਨਾਂ ਨੂੰ ਗੁਰਦੁਆਰੇ ਦੇ ਵਿੱਚ ਆ ਕੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਹੋ ਕੀ ਰਿਹਾ ਜੀ, ਕਿਉਂਕਿ ਜਿਹੜੀ ਆਪਣੀ ਜੋ ਸਟੇਜਸ ਤੋਂ ਜੋ ਕੀਰਤਨ ਹੁੰਦਾ ਜਾਂ ਕਥਾਵਾਂ ਹੁੰਦੀਆਂ ਨੇ ਉਹ ਪੰਜਾਬੀ ਦੇ ਵਿੱਚ ਹੁੰਦੀਆਂ, ਅਤੇ ਪੰਜਾਬੀ ਨਾਲ ਬੱਚਿਆਂ ਦਾ ਬਹੁਤਾ ਜਿਹੜੀ ਫੈਮਿਲੈਰਿਟੀ ਨਹੀਂ ਹੈਗੀ, ਔਰ ਉਹ ਘਰਾਂ ਤੋਂ ਸ਼ੁਰੂ ਹੋਣੀ ਹੈ। ਬਿਲਕੁਲ। ਘਰਾਂ ਤੋਂ ਬੱਚਿਆਂ ਨੂੰ ਅਗਰ ਅਸੀਂ ਪੰਜਾਬੀ ਨਾਲ ਜੋੜਾਂਗੇ, ਫਿਰ ਉਹ ਪੰਜਾਬੀ ਨੂੰ ਸਮਝ ਆਊਗੀ, ਫਿਰ ਜਾ ਕੇ ਗੁਰਦੁਆਰੇ ਦੇ ਵਿੱਚੋਂ ਜੋ ਵੀ ਉਹਨੂੰ ਸਿੱਖਣ ਨੂੰ ਮਿਲਦਾ ਉਹ ਸਿੱਖਣਗੇ ਉਹ। ਅਤੇ ਇਹ ਥੋੜ੍ਹੀ ਹਿੰਮਤ ਪੇਰੈਂਟਸ ਨੂੰ ਆਪ ਕਰਨੀ ਪੈਣੀ, ਜ਼ਿੰਮੇਵਾਰੀ ਨਾਲ ਆਪ ਬੱਚਿਆਂ ਨੂੰ ਪੰਜਾਬੀ ਸਿਖਾਓ, ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਜੋ ਸਿੱਖਿਆ ਹੈ ਉਹਦੇ ਨਾਲ ਜੋੜੋ ਜੀ। ਉਹਦੇ ਨਾਲ ਸਾਰਿਆਂ ਦਾ ਜੀਵਨ ਠੀਕ ਹੋਊਗਾ, ਸਾਰਿਆਂ ਦਾ ਹੀ ਜੀਵਨ ਠੀਕ ਹੋਊਗਾ। ਔਰ ਬੱਚੇ ਇੱਥੋਂ ਦੇ ਇੰਨੇ ਸ਼ਾਰਪ ਨੇ ਇਹਨਾਂ ਚੀਜ਼ਾਂ ਦੇ ਵਿੱਚ, ਕਿਉਂਕਿ ਇਹਨਾਂ ਦੀ ਜਿਹੜੀ ਨਾ ਪੜ੍ਹਾਈ ਦਾ ਜੋ ਸਕੂਲਿੰਗ ਜੋ ਇੰਨੀ ਇਹਨਾਂ ਦੀ ਇੰਟਰੀਕੇਟ ਹੈਗੀ ਆ, ਐਨਾਲਿਟੀਕਲ ਬਹੁਤ ਨੇ।
ਕੋਈ ਵੀ ਤੁਸੀਂ ਗੱਲ ਕਰਦੇ ਹੋ ਬੱਚੇ ਨੂੰ ਅੱਗੇ 2 ਸਵਾਲ ਕਰਦੇ ਹੈਗੇ ਆ। ਜੇ ਤਾਂ ਆਪਾਂ ਨੂੰ ਗੁਰਬਾਣੀ ਦੀ ਸਮਝ ਆਊਗੀ ਤਾਂ ਹੋ ਸਕਦਾ ਆਪਾਂ ਨੂੰ ਬੱਚਿਆਂ ਨੂੰ ਉਸ ਨਾਲ ਸਹੀ ਜਵਾਬ ਦੇ ਕੇ ਉਹਨਾਂ ਨੂੰ ਉਸ ਚੀਜ਼ ਨਾਲ ਉਹਨਾਂ ਨੂੰ ਕੌਨਫੀਡੈਂਸ ਆ ਜਾਏ ਵੀ ਇਹ ਗੱਲ ਠੀਕ ਹੋ ਰਹੀ ਹੈਗੀ ਤੇ ਮੈਂ ਜਾ ਕੇ ਉੱਥੇ ਹੋਰ ਵੀ ਸਿੱਖਾਂ। ਇਹ ਚੀਜ਼ਾਂ ਘਰੋਂ ਸ਼ੁਰੂ ਹੋਣਗੀਆਂ। ਗੁਰਦੁਆਰੇ ਦਾ ਪ੍ਰਬੰਧ ਜੇ ਆਪਾਂ ਬੱਚਿਆਂ ਨੂੰ ਗੁਰਦੁਆਰੇ ਨਾਲ ਨਹੀਂ ਜੋੜਾਂਗੇ, ਗੁਰਦੁਆਰੇ ਨਾਲ ਤਾਂ ਹੀ ਜੋੜਨਗੇ ਜੇ ਆਪਾਂ ਪੰਜਾਬੀ ਬੋਲਾਂਗੇ। ਪੰਜਾਬੀ ਬੋਲਣ ਦੇ ਨਾਲ ਅੱਗੇ ਇਹ ਜਿਹੜਾ ਕਨੈਕਸ਼ਨ ਬਣਦਾ ਰਹੂਗਾ ਔਰ ਇਹ ਚੀਜ਼ ਬਹੁਤ ਜ਼ਰੂਰੀ ਆ। ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ। ਤੁਹਾਡਾ ਬਹੁਤ ਸੋਹਣਾ ਸਵਾਲ ਹੈ। ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗਿੱਲ ਸਾਹਿਬ, ਕਿਉਂਕਿ ਇਸ ਤਰ੍ਹਾਂ ਦੇ ਤਜਰਬੇਕਾਰ ਜਦੋਂ ਸ਼ਖਸ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਔਰ ਤਜਰਬੇਕਾਰ ਗੱਲਾਂ ਹੁੰਦੀਆਂ ਨੇ ਤਾਂ ਵਾਕਈ ਯੂਥ ਨੂੰ ਵੀ ਕੁਝ ਖਾਸ ਸਿੱਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਵੈਰੀ ਮਚ ਪਰਿੰਦਰ ਜੀ, ਤੁਸੀਂ ਆਏ ਐਡੀ ਦੂਰੋਂ ਤੇ ਸਮਾਂ ਕੱਢਿਆ ਸਾਡੇ ਵਾਸਤੇ। ਤੋਂ ਜੋ ਵੀ ਮੈਥੋਂ ਆਪਦੇ ਐਕਸਪੀਰੀਅੰਸ ਸੀਗੇ ਜੋ ਮੈਂ ਸ਼ੇਅਰ ਕਰ ਸਕਦੇ ਤੁਹਾਡੇ ਨਾਲ ਕੀਤੇ, ਹੋਪਫੁਲੀ ਕਿਸੇ ਵਾਸਤੇ ਲਾਹੇਵੰਦ ਹੋਣ। ਜੇ ਨਹੀਂ ਤਾਂ ਵੀ ਕੋਈ ਗੱਲ ਨਹੀਂ। ਨਹੀਂ, ਬਿਲਕੁਲ ਲਾਹੇਵੰਦ ਹੋਣਗੇ। ਸੋ ਇਹ ਸਨ ਸਰਦਾਰ ਪ੍ਰਦੀਪ ਸਿੰਘ ਗਿੱਲ, ਡਾਕਟਰ ਪ੍ਰਦੀਪ ਸਿੰਘ ਗਿੱਲ, ਕਿਉਂਕਿ ਜੋ ਐਕਸਪੀਰੀਅੰਸ ਜੋ ਇਹਨਾਂ ਨੇ ਤਜਰਬਾ ਹਾਸਲ ਕੀਤਾ ਹੈ, ਚਾਹੇ ਉਹ ਗੁਰਦੁਆਰਾ ਸੰਬੰਧਾਂ ਨਾਲ ਹੋਵੇ, ਚਾਹੇ ਉਹ ਆਪਣੇ ਪ੍ਰੋਫੈਸ਼ਨ ਨਾਲ ਹੋਵੇ, ਚਾਹੇ ਫਿਰ ਸਿੱਖੀ ਸਮਾਜ ਨੂੰ ਅੱਗੇ ਵਧਾਉਣ ਲਈ ਹੋਵੇ, ਜ਼ਰੂਰ ਨੌਜਵਾਨਾਂ ਤੱਕ ਪੁੱਜਦਾ ਕਰਨਾ ਹੀ ਸਿੱਖ ਹਾਈ ਫਲੈਟ ਦਾ ਮੰਤਵ ਹੈਗਾ, ਮੋਟਿਵ ਹੈਗਾ। ਤਾਂ ਜੋ ਇਹਨਾਂ ਨੇ ਇੱਕ ਗੱਲ ਬੜੀ ਚੰਗੀ ਕੀਤੀ ਹੈਗੀ ਹੈ ਕਿ ਯੂਥ ਜਿਹੜਾ ਹੈਗਾ ਉਹਨੂੰ ਅੱਗੇ ਆਉਣ ਦੀ ਜ਼ਰੂਰਤ ਹੈਗੀ ਹੈ ਔਰ ਖਾਸ ਕਰਕੇ ਪੇਰੈਂਟਸ ਨੂੰ ਬੱਚਿਆਂ ਨੂੰ ਗੁਰੂ ਘਰ ਤੱਕ ਲਿਆਉਣ ਦੀ ਬੜੀ ਅੱਜ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਪੇਰੈਂਟਸ ਹਮਲਾ ਨਹੀਂ ਮਾਰਨਗੇ ਤਾਂ ਬੱਚੇ ਲਗਾਤਾਰ ਗੁਰੂ ਘਰ ਤੋਂ ਦੂਰ ਹੁੰਦੇ ਜਾਣਗੇ, ਜੋ ਆਉਣ ਵਾਲਾ ਫਿਊਚਰ ਜਿਹੜਾ ਹੈਗਾ ਉਹ ਖਰਾਬ ਹੋਏਗਾ। ਸੋ ਇਹ ਸੀ ਸਾਡਾ ਅੱਜ ਦਾ ਸਿੱਖ ਹਾਈ ਫਲਾਇਰ। ਅਗਲੇ ਹਫਤੇ ਇੱਕ ਹੋਰ ਸ਼ਖਸ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ, ਮਿਲ ਕੇ ਉਹਨਾਂ ਨੂੰ ਕਵਾਂਗੇ ਸਿੱਖ ਹਾਈ ਫਲਾਇਰ। ਫਿਲਹਾਲ ਮੈਨੂੰ ਯਾਨੀ ਬਲਵਿੰਦਰ ਸਿੰਘ ਵਰਮਾਨੀ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵੀ ਮੀਡੀਆ ਦੇ ਨਾਲ। ਧੰਨਵਾਦ।